ਵੈਸੇ ਤੁਸੀਂ ਅਗਰ ਇਹ ਕਹਿ ਦਿਓ ਨਾ ਕਿ ਮੈਂ ਹੁਣ 32 ਸਾਲ ਮੇਰੀ ਉਮਰ ਹੋ ਗਈ ਤੇ ਵੇਖਣ ਵਾਲੇ ਨੇ ਮੰਨ ਲੈਣਾ, ਰੱਬ ਨੇ ਤੁਹਾਡੇ ਤੇ ਖਾਸ ਕਰਮ ਨਹੀਂ ਉਦੋਂ ਤੇ 32 ਵੀ ਨਹੀਂ ਸੀ ਹੁੰਦੀ ਦਰਿਆ ਨਹੀਂ ਜਿਹੜਾ ਕਿਹੜਾ ਚਨਾਬ ਹਾਂ ਤੂੰ 12 ਵਜੇ ਉੱਥੇ ਪਹੁੰਚ ਜਾਣਾ ਅੱਛਾ। ਮੈਂ ਪਹੁੰਚਾ ਨਾ ਪਹੁੰਚਾ ਤੂੰ ਛਾਲ ਮਾਰ ਦੇਣੀ ਸਿਆਸਤਦਾਨ ਆ ਸਿਆਸਤਦਾਨ ਮੈਂ ਇਲੈਕਸ਼ਨ ਲੜ ਰਿਹਾ ਓਏ ਹਯਾ ਕਰ ਜਾ ਕੇ ਕਿਤੇ ਸਾਪੜਨ ਲੜ ਇਲੈਕਸ਼ਨ ਲੜਨ ਦੇ ਬਕਵਾਸ। अस्सलाम वालेकुम, सत श्री अकाल और नमस्कार दोस्तों। पंजाबी बैठक का एक नवा प्रोग्राम पेशे खिदमत है। पाकिस्तान के अंदर जे असी मिजाइया फनकारां का जिक्र करिए तो यकीनन साडे ज़हन दे विच शौकी खान, अमानुल्ला और अलवेला जी आते हैं। लेकिन अगर असी दूसरी सफ़ दे विच आइए उन्हां तो बाद अगर नज़र मारीए तो बेशक अज कच्चापन सा नज़र आता है, लेकिन उनके विच कुछ फनकार बहुत उगे फनकार हैं, सच्चे फनकार हैं, जिन्हां दे विचों अज भी सानूं झलक उन्हां ही फनकारां दी नज़र आती सी जिन्हां ने मिज़ाह दी फील्ड नूं बहुत रिच बनाया। साडे नाल एक ऐसे ही फनकार जिहड़े हमेशा तुहानूं पाकिस्तान दे वड्डे चैनल्स ते मिज़ाहिया प्रोग्रामां दे विच नज़र आए, इन्हां दा खास मेहरबानी कि अज तशरीफ लिआए साडे नाल हैं सलीम अलवेला साहब जी। आए हजूर ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ ਤੁਹਾਡਾ ਕਿ ਤੁਸੀਂ ਆਪਣੇ ਚੈਨਲ ਤੇ ਮੈਨੂੰ ਬੁਲਾਇਆ ਹੈ। शुक्रिया जी तुहाडे आउण दा और तुसीं आए और साडे सुनण वालिਆਂ ਵਾਸਤੇ ਟਾਈਮ ਕੱਢਾ ਤੇ ਵਾਕਈ ਜਿਹੜੇ ਲੋਕਾਂ ਦਾ ਤੁਸੀਂ ਨਾਂ ਲਿਆ ਹੈ, ਅਸੀਂ ਉਹਨਾਂ ਤੋਂ ਅੱਛਾ ਕੰਮ ਨਹੀਂ ਕਰ ਸਕਦੇ, ਲੇਕਿਨ ਉਹਨਾਂ ਦੀ ਖੁਸ਼ਬੂ ਆਉਣਾ ਬਹੁਤ ਜ਼ਰੂਰੀ ਹੈ। ਬਿਲਕੁਲ, ਕਿਉਂਕਿ ਹਰ ਦੌਰ ਆਉਣਾ ਹੈ ਤੇ ਹਰ ਦੌਰ 'ਚ ਹੀ ਕਿਸੇ ਨਾ ਕਿਸੇ ਨੇ ਆਉਣਾ ਹੈ ਤੇ ਦੌਰ ਦੇ ਨਾਲ ਨਾਲ ਕਾਫੀ ਚੀਜ਼ਾਂ ਚੇਂਜ ਹੁੰਦੀਆਂ ਰਹਿੰਦੀਆਂ ਨੇ, ਬਿਲਕੁਲ ਲੇਕਿਨ ਇਨਸਾਨੀਅਤ, ਸਾਵਾਂ ਤੇ ਰਿਸ਼ਤੇ ਤੇ ਉਹੀ ਰਹਿਣੇ ਨੇ ਨਾ, ਤੇ ਇਹਨਾਂ ਵੱਲ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਆ। ਤੇ ਹਰ ਦੌਰ ਦਾ ਆਪਣਾ ਆਪਣਾ ਇੱਕ ਫਨ ਹੁੰਦਾ ਹੈ ਜੀ। ਔਰ ਬਿਲਕੁਲ ਸਹੀ ਕਹਿੰਦੇ ਹੋ अलवेला जी। ਤੁਹਾਡੀ ਜ਼ਾਤੀ ਲਾਈਫ ਦੇ ਬਾਰੇ ਜਾਣਨ ਤੋਂ ਪਹਿਲੇ ਤੁਹਾਡੇ ਐਕਸਪੀਰੀਅੰਸ ਤੇ ਮੈਂ ਗੱਲ ਕਰਾਂਗਾ ਕਿ ਅਕਸਰ ਇਹ ਕਿਹਾ ਜਾਂਦਾ ਹੈ ਕਿ 올ਡ ਇਜ਼ 골ਡ, ਔਰ ਸਾਡਾ ਇੱਕ ਇਹ ਮਿਥ ਵੀ ਕਾਇਮ ਹੈ ਬਿਲਕੁਲ ਪੁਰਾਣੀ ਚੀਜ਼ ਜਿਹੜੀ ਵੀ ਹੋਵੇ ਨਾ, ਉਹ ਅਸੀਂ ਤੇ ਪੁਰਾਣਾ ਗੁੜ ਵੀ ਹੋਵੇ ਜਾਂ ਪੁਰਾਣੇ ਚਾਵਲ ਵੀ ਹੋਵਣ ਨਾ, ਕੰਮ ਆ ਜਾਂਦਾ। ਅਸੀਂ ਉਹਦੇ ਦੇ ਨਾਲ ਮਿਸਾਲ ਜੋੜੀ ਹੋਈ ਕਿ ਹਰ ਪੁਰਾਣੀ ਚੀਜ਼ ਅੱਛੀ ਹੁੰਦੀ ਹੈ। ਹਾਂਜੀ ਹਾਂਜੀ। लेकिन मेरा ज़ाती मुशाहदा है, बेशक सुनने में बड़ा अजीब लगे कि मैं अगर कोई पुरानी पोइट्री वो मैं अगर सुनता वां और मैं अज की पोइट्री मैं देखता वां तो यकीन जानो मैनू ये कभी भी नहीं लगता कि अज साडा बहुत पिछे जा रही है उस चीज़ तो। मेरे देखण दे विच सोसाइटी ग्रूम हुई है और हर फील्ड दे विच हुई है। ਬਿਲਕੁਲ ਹੋਈ ਹੈ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਮਿਜ਼ਾਹ ਸੀ ਉਹ ਮਿਜ਼ਾਹ ਕਿਸ ਹੱਦ ਤੱਕ ਅੱਗੇ ਵਧਿਆ? ਮਿਸਾਲ ਪਰ ਥੀਏਟਰ ਦੇ ਵਿੱਚ ਅਸੀਂ ਦੇਖਦੇ ਸੀ ਸਾਰੀਆਂ ਚੀਜ਼ਾਂ ਤੇ ਉੱਥੇ ਮਖਸੂਸ ਜੁਗਤਾਂ ਉਹ ਸਾਨੂੰ ਹਰ ਡਰਾਮੇ ਦੇ ਵਿੱਚ ਉਹ ਮਿਲਦੀਆਂ ਸੀ। ਅੱਜ ਕੱਲ੍ਹ ਫਿਲਮ ਬਦੀ ਤੁਸੀਂ ਸਾਰਾ ਕੰਮ ਕਰ ਰਹੇ ਹੋ, ਇਹ ਕਿਵੇਂ ਇਸ ਨੂੰ ਨਰੇਟ ਕਰਦੇ ਹੋ ਤੁਸੀਂ? ਨਹੀਂ, ਫਿਲਮਬਤੀ ਇਹ ਗੋਡ ਗਿਫਟਡ ਹੈਗਾ ਕੰਮ, ਜਿਹੜਾ ਜਿਹਦੇ ਕੋਲ ਹੋਵੇ ਉਹ ਫਿਲਮਬਤੀ ਕਰ ਸਕਦਾ ਹੈ, ਔਰ ਜਿਹਦੇ ਕੋਲ ਨਹੀਂ ਹੈਗਾ ਫਿਰ ਉਹ ਵਲਗਰ ਦਾ ਸਹਾਰਾ ਲੈ ਲੈਂਦਾ। ਗੰਦੀ ਗੱਲ ਤੇ ਜ਼ਿਆਦਾ ਜਿਹੜੀ ਗਲੀ ਮਹੱਲਿਆਂ 'ਚ ਹੁੰਦੀ ਗੱਲ ਨਾ, ਉਹ ਵੀ ਸਟੇਜ ਤੇ ਆ ਗਈ ਹੈ ਤੇ ਉਹ ਨਹੀਂ ਆਉਣੀ ਚਾਹੀਦੀ। ਸਟੇਜ ਇੱਕ ਪਵਿੱਤਰ ਚੀਜ਼ ਹੈ, ਉੱਥੇ ਖੂਬਸੂਰਤ ਮੈਸੇਜ, ਖੂਬਸੂਰਤ ਗੱਲ ਕਰਨੀ ਚਾਹੀਦੀ ਹੈ। ਤੇ ਬਾਕੀ ਜਿਹੜਾ ਦੌਰ ਹੁੰਦਾ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪੋਟਰੀ ਪੁਰਾਣੀ ਜਾਂ ਅੱਜ ਦੇ ਦੌਰ, ਜ਼ਾਹਰ ਹੈ ਅੱਜ ਦੇ ਦੌਰ 'ਚ ਤੇ ਬੜਾ ਕੰਪੀਟੀਸ਼ਨ ਹੈ ਜੀ। ਦੁਨੀਆ ਗਲੋਬਲ ਹੋ ਗਈ ਹੈ, ਕੋਈ ਵੀ ਤੁਸੀਂ ਕੰਮ ਕਰਦੇ ਹੋ ਪੂਰੀ ਦੁਨੀਆ ਨੂੰ ਪਤਾ ਲੱਗ ਜਾਂਦਾ। ਪਹਿਲੇ ਦੇ ਇੱਕ ਪੀਟੀਵੀ ਚੈਨਲ ਹੁੰਦਾ ਸੀ ਤੇ ਉਹ ਵੀ 4 ਵਜੇ ਲਾਈਦਾ ਸੀ, ਟੂੰ ਟੂੰ ਕਰਦਾ ਹੁੰਦਾ ਸੀ ਬਿਲਕੁਲ। ਤੇ ਬੰਦੇ ਕਹਿੰਦੇ ਵੇਖਾਂ ਆਇਆ ਕਿ ਨਹੀਂ, ਉੱਤੋਂ ਏਰੀਅਲ ਘੁਮਾਉਣਾ ਸਹੀ ਨਹੀਂ ਆ ਰਿਹਾ ਇੰਜ। ਉਹ ਵੀ ਇੱਕ ਦੌਰ ਸੀ, ਉਹ ਬੜਾ ਖੂਬਸੂਰਤ ਸੀ ਔਰ ਉਸਨੇ ਜੋ ਦਿਖਾਣਾ ਹੈ ਉਹੀ ਮਿਆਰ ਬਣ ਗਿਆ ਸੀ, ਕਿਉਂਕਿ ਉਹ ਦੌਰ ਹੈਗਾ ਸੀ ਤੇ ਅੱਗੇ ਚੱਲਿਆ ਨਾ। ਜੀ। ਅਗਰ ਉਹ ਦੌਰ ਹੀ ਨਾ ਹੁੰਦਾ ਤੇ ਫਿਰ ਅੱਗੇ ਕਿੱਥੇ ਜਾਣਾ ਸੀ? ਫਿਰ ਉਸ ਤੋਂ ਅੱਗੇ ਅਸੀਂ ਚੱਲਦੇ ਹਾਂ ਤੇ ਅੱਜ ਕੰਪੀਟੀਸ਼ਨ ਇਤਨਾ ਹੈ ਕਿ 10 ਸਾਲ ਦਾ ਬੱਚਾ ਉਹ ਬੜੇ ਸੀਨੀਅਰ ਬੰਦੇ ਨੂੰ ਬੜਾ ਟਫ ਕੰਪੀਟੀਸ਼ਨ ਉਸਨੇ ਦਿੱਤਾ ਹੈ। ਬਹੁਤ ਸਾਰੇ ਵੱਡੇ ਚੈਨਲਸ ਦੇ ਵਿੱਚ ਅਸੀਂ ਐਡੀਟਿੰਗ ਦੇਖਦੇ ਹਾਂ, ਉਹਨਾਂ ਦੀ ਐਡੀਟਿੰਗ ਨਾਲੋਂ ਜਿਹੜੇ ਅੱਜ ਦੇ ਵੀਲਾਗਰਸ ਨੇ ਕਿਤੇ ਉਹਨਾਂ ਦੀ ਕਮਾਲ ਦੀ ਐਡੀਟਿੰਗ ਹੁੰਦੀ। ਬੇਸ਼ੱਕ ਬੇਸ਼ੱਕ। ਇਟਸ ਮੀਨ ਕਿ ਉਹ ਕੰਪੀਟੀਸ਼ਨ ਦੇ ਵਿੱਚ ਤੇ ਆਇਆ ਨਾ, ਇਹ ਲੈ ਨਾ ਗੱਲ ਹੈ ਕਿ ਉਸ ਨੂੰ ਮਾਨਤਾ ਕਦੋਂ ਮਿਲਦੀ ਕੀ ਹੁੰਦਾ, ਲੇਕਿਨ ਕੰਪੀਟੀਸ਼ਨ ਦੀ ਫਿਜ਼ਾ ਪਹਿਲੇ ਤੋਂ ਟਫ ਹੋਈ ਹੈ। ਬਿਲਕੁਲ ਬਹੁਤ ਅੱਛੀ ਹੋਈ ਹੈ ਜੀ। ਔਰ ਮੇਰਾ ਖਿਆਲ ਹੈ ਕਿ ਅਗਲਾ ਦੌਰ ਹੋਰ ਬੜਾ ਮਤਲਬ ਜਿੱਦਤ ਵਾਲਾ ਹੋਏਗਾ, ਹੋਰ ਅੱਛਾ ਕੰਮ ਕਰਨਾ ਪਏਗਾ। ਕਿਉਂਕਿ ਅਸੀਂ ਕਹਿੰਦੇ ਆ ਨਾ ਕਿ ਜਿਹੜੇ ਸਾਡੇ ਪੁਰਾਣੇ ਸ਼ਾਇਰ ਨੇ ਉਹ ਤੇ ਸਦਾ ਬਹਾਰ ਨੇ, ਜ਼ਿੰਦਾ ਨੇ, ਲੇਕਿਨ ਦੇਖੋ ਮਤਲਬ ਕੋਈ ਲਾਮਾ ਇਕਬਾਲ ਸਾਹਿਬ ਨਹੀਂ ਬਣ ਸਕਦਾ, ਕੋਈ ਗਾਲਬ ਨਹੀਂ ਬਣ ਸਕਦਾ, ਲੇਕਿਨ ਇਹ ਧਰਤੀ ਮਾਂ ਹੈ, ਕੁਝ ਵੀ ਪੈਦਾ ਕਰ ਸਕਦੀ ਹੈ। ਕੋਈ ਬੁੱਲੇ ਸ਼ਾਹ ਨਹੀਂ ਬਣ ਸਕਦਾ, ਕੋਈ ਅਮਾਨੁੱਲਾ ਨਹੀਂ ਬਣ ਸਕਦਾ, ਕੋਈ ਬੱਬੂ ਬਰਾਲ ਨਹੀਂ ਬਣ ਸਕਦਾ, ਲੇਕਿਨ ਧਰਤੀ ਹੈ ਨਾ, ਕੁਝ ਵੀ ਪੈਦਾ ਕਰ ਸਕਦੀ ਹੈ। ਬਿਲਕੁਲ ਬੜੀ ਸੋਹਣੀ ਗੱਲ ਸਲੀਮ ਅਲਵੇਲਾ ਜੀ। ਲੇਕਿਨ ਉਹਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਪੁਰਾਣੇ ਸ਼ਹਿਰਾਂ ਦਾ ਅਸੀਂ ਜ਼ਿਕਰ ਕਰੀਏ ਤਾਂ ਹਜ਼ਾਰਾਂ ਸ਼ਹਿਰ ਸਨ। ਬੇਸ਼ੱਕ। ਉਹਨਾਂ ਦੇ ਵਿੱਚੋਂ ਸਾਨੂੰ ਕੋਈ ਦਰਜਨਾਂ ਸ਼ਹਿਰ ਯਾਦ ਹੈ
ਇਟਸ ਮੀਨ ਕਿ ਬਾਕੀ ਸ਼ਾਇਰੀ ਦਾ ਲੈਵਲ ਉਸ ਲੈਵਲ ਦਾ ਨਹੀਂ ਸੀ ਕਿ ਉਹਨਾਂ ਨੂੰ ਯਾਦ ਰੱਖਿਆ ਜਾਏ। ਜੀ ਜੀ ਜੀ। ਔਰ ਇਸ ਤੋਂ ਅੱਗੇ ਚੱਲਦੇ ਹਾਂ, ਗੱਲਬਾਤ ਇਹ ਕਰਦੇ ਹਾਂ ਕਿ ਥੋੜਾ ਜਿਹਾ ਦੱਸੋ ਕਿੱਥੇ ਜੰਮੇ ਜਾਏ, ਕਿਹੜੀਆਂ ਉਹ ਗਲੀਆਂ ਹਨ ਜਿਨ੍ਹਾਂ ਨੂੰ ਅੱਜ ਵੀ ਯਾਦ ਕਰਦੇ ਹੋ? ਆਹ ਉਸ ਤੇ ਬਿਲਕੁਲ ਸੀਰੀਅਸ ਜਿਹਾ ਹੋ ਗਿਆ। ਨਹੀਂ ਸੀਰੀਅਸ ਵੀ ਹੋਣਾ ਪੈਂਦਾ ਕਿਸੇ ਵੇਲੇ, ਕਦੀ ਕਦੀ ਹੋਣਾ ਪੈਂਦਾ। ਮੇਰਾ ਸ਼ਹਿਰ ਉਕਾੜਾ ਜੀ, ਉਹਦੇ ਨਾਲ ਇੱਕ ਬੰਗਲਾ ਗੁਗੇਰਾ ਹੈ। ਹਾਂ, ਬੰਗਲਾ ਗੁਗੇਰਾ ਤੇ ਬੜਾ ਮਸ਼ਹੂਰ ਹੈ, ਬੜੀ ਹਿਸਟਰੀ ਹੈ ਬੰਗਲਾ ਉਹਦੀ ਬੜੀ ਹਿਸਟਰੀ ਹੈ। ਉੱਥੇ ਤੁਹਾਨੂੰ ਯਾਦ ਹੋਏਗਾ ਕਿ ਜੇਲ੍ਹ ਤੋੜੀ ਗਈ ਸੀ, ਬਰਗੱਲੀ ਮਾਰਿਆ ਸੀ, ਬਰਗੱਲੀ ਬਿਲਕੁਲ। ਹਾਂ ਹਾਂ, ਗੋਰੇ ਦਾ ਨਾਮ ਸੀ, ਉਹਨੂੰ ਬਰਗੱਲੀ ਕਹਿੰਦੇ ਆ। ਜੀ ਜੀ, ਰਾਏ ਅਹਿਮਦ ਖਰਲ। ਤੇ ਉਹਦੀ ਤਾਰੀਖ ਤੇ ਸਾਰੀ ਦੁਨੀਆ ਨੂੰ ਪਤਾ ਹੈ। ਉਦੋਂ ਜ਼ਿਲ੍ਹਾ ਇਹ ਹੁੰਦਾ ਸੀ ਜੀ, ਗੁਗੇਰਾ ਡਿਸਟ੍ਰਿਕਟ, ਇਹ ਮਤਲਬ ਕਿ ਹੈੱਡ ਸੀ ਉਹਨਾਂ ਦਾ। ਬਿਲਕੁਲ। ਫਿਰ ਸਾਡਾ ਸੀ ਮਿੰਟ ਕੁਮਰੀ, ਜਿਹਨੂੰ ਸੀ ਸਾਈਵਾਲ ਬਦਲ ਗਿਆ, ਸਾਡਾ ਇਹ ਜ਼ਿਲ੍ਹਾ ਸੀ। ਉਕਾੜਾ ਇੱਕ ਛੋਟੀ ਜਿਹੀ ਤਹਿਸੀਲ ਸੀਗੀ। ਹਾਂ ਹਾਂ। ਤੇ ਉਹ ਉਕਾੜੇ 'ਚ ਤਾਂ ਨਹੀਂ ਮੈਂ ਪੈਦਾ ਹੋਇਆ, ਪੈਦਾ ਮੈਂ ਲਾਹੌਰ ਹੀ ਹੋਇਆ ਸੀ, ਇੱਥੇ ਕਿਲ੍ਹਾ ਗੁਜਰ ਸਿੰਘ। ਤੇ 2 ਸਾਲ ਦਾ ਸੀ ਮੈਂ, ਤੇ ਮੇਰੇ ਵਾਲਦ ਸਾਹਿਬ ਕਹਿੰਦੇ ਮੈਂ ਤੈਨੂੰ ਲੈ ਕੇ ਆਪਣਾ ਜਿਹੜਾ ਪਰਿਵਾਰ ਸੀ, ਖਾਨਦਾਨ, ਮੈਂ ਉੱਥੇ ਚਲਾ ਗਿਆ। ਇੱਥੇ ਮੈਨੂੰ ਉੱਥੇ ਮੇਰੇ ਚਾਚੇ ਚੂਚੇ ਰਹਿੰਦੇ ਸੀ ਮੇਰੇ ਵਾਲਦ ਦੇ, ਤੇ ਉਹਨਾਂ ਕੋਲ ਚਲਾ ਗਿਆ, ਉੱਥੇ ਕੰਮ ਕਰਨ ਲੱਗ ਪਿਆ। ਤੇ ਜ਼ਿੰਦਗੀ ਦੇ 35-40 ਸਾਲ ਉੱਥੇ ਹੀ ਗੁਜ਼ਰ ਗਏ। ਤੇ ਅਸੀਂ ਵੀ ਉੱਥੇ ਹੀ ਜਵਾਨ ਹੋਏ ਆ, ਜ਼ਾਹਰ ਉਹ ਗਲੀਆਂ ਮਹੱਲੇ। ਤੇ ਉਹ ਫਿਰ ਮੈਨੂੰ ਇੱਧਰ ਸ਼ੌਕ ਸੀਗਾ ਕਿ ਮੈਂ ਥੋੜਾ ਬਹੁਤਾ ਹੀ ਕਰਾਂ। ਮੇਰੇ ਵਾਲਦ ਸਾਹਿਬ ਨੂੰ ਵੀ ਸੀ, ਲੇਕਿਨ ਉਹ ਫਿਰ ਨਹੀਂ ਕਰ ਸਕੇ। ਉਹ ਕਹਿੰਦੇ ਕਿ ਉਹਨਾਂ ਦੀ ਆਵਾਜ਼ ਬੜੀ ਅੱਛੀ ਸੀ, ਗਾਉਂਦੇ ਬੜਾ ਅੱਛਾ ਸੀ। ਤੇ ਮੈਂ ਛੋਟਾ ਜਿਹਾ ਆਪਣੇ ਵਾਲਦ ਸਾਹਿਬ ਦੇ ਨਾਲ ਹੀ ਜਾਂਦਾ ਸਾਂ, ਜਿੱਥੇ ਉਹ ਕੰਮ ਕਰਦੇ ਸੀ ਨਾਲ ਹੀ ਇੱਕ ਸਕੂਲ ਸੀ ਪ੍ਰਾਇਮਰੀ, ਉੱਥੇ ਮੈਂ ਪੜ੍ਹਦਾ ਸੀ। ਮੈਂ 2-3 ਕਲਾਸਾਂ ਪੜ੍ਹੀਆਂ, ਜ਼ਿਆਦਾ ਨਹੀਂ ਮੈਂ ਪੜ੍ਹਿਆ। ਤੇ ਉਹਨਾਂ ਨੇ ਗਾਣਾ ਮੈਨੂੰ ਬੜਾ ਅੱਛਾ ਲੱਗਣਾ, ਉਹ ਮੇਰੇ ਵਾਲਦ ਦੀ ਝਲਕ ਮੇਰੇ ਚੋਂ ਨਜ਼ਰ ਆਉਂਦੀ ਹੈ। ਠੀਕ ਹੈ। ਬਾਕੀ ਵੀ ਮੇਰੇ 4-5 ਭਰਾ ਨੇ, ਲੇਕਿਨ ਉਹ ਅਤਾਈ ਜਾਈ ਨੇ। ਮਤਲਬ ਅੱਗੇ ਤੁਹਾਡੇ ਉਹ ਚੀਜ਼ਾਂ ਫਾਦਰ ਵੱਲੋਂ ਹੈ? ਫਾਦਰ ਵੱਲੋਂ। ਤੇ ਕਦੋਂ ਫਿਰ ਇਹ ਕੰਮ ਸ਼ੁਰੂ ਕੀਤਾ, ਔਰ ਕਦੋਂ ਤੁਹਾਡੇ ਜ਼ਿਹਨ ਦੇ ਵਿੱਚ ਆਈ ਕਿ ਯਾਰ ਮੈਂ ਚੱਲ ਸਕਦਾ ਇਸ ਫੀਲਡ? ਨਹੀਂ, ਬੇਸਿਕਲ ਮੇਰੇ ਵਾਲਦ ਸਾਹਿਬ ਤੇ ਇੱਕ ਮਜ਼ਦੂਰ ਆਦਮੀ ਸੀ ਜੀ, ਉਹ ਮਿਹਨਤ ਮਜ਼ਦੂਰੀ ਕਰਦੇ ਸਨ। ਉਦੋਂ ਮੈਨੂੰ ਯਾਦ ਆ ਕਿ ਤਾਜ਼ਾ ਹੀ ਆਟਾ ਲਿਆਉਣਾ ਪੈਂਦਾ ਸੀਗਾ, ਕਿਲੋ ਆਟਾ ਲੈ ਆਓ ਜੀ। ਹਾਂ। ਤੇ ਮਿੱਟੀ ਦੀ ਤੇਲ ਦੀ ਬੋਤਲ ਦੇ ਦੇਣੀ ਮੈਨੂੰ। ਉਦੋਂ ਬੱਤੀਆਂ ਵਾਲੇ ਚੁੱਲ੍ਹੇ ਚੱਲਦੇ ਹੁੰਦੇ ਸੀ, ਬਿਲਕੁਲ। ਤੇ ਨਾਲ ਪਾਈਆ ਚੀਨੀ। ਉਹ ਮੈਂ ਕਲਚਰ ਅੱਜ ਵੀ ਮੇਰੇ ਜ਼ਿਹਨ ਚ ਆ ਕੇ ਉਹ ਪੁੜੀ ਜਿਹੀ ਚ ਲਪੇਟ ਦਿੰਦੇ ਸੀ ਇੰਜ ਕਰਕੇ ਨਾ, ਪਾਈਆ ਦੇਸੀ ਚੀਨੀ। ਚੀਨੀ ਤੇ ਬਾਅਦ ਚ ਆਈ ਨਾ ਦੂਜੀ ਖੰਡ, ਉਦੋਂ ਦੇਸੀ ਚੀਨੀ ਖੰਡ ਕਹਿੰਦੇ ਸੀ, ਜਾਂ ਗੁੜ ਮੰਗਾ ਲੈਣਾ। ਉਹ ਸਾਰੀਆਂ ਘਿਓ ਵੀ ਲੈਣਾ, ਤੇ ਉਹਨੇ ਨਾ ਇੰਜ ਭਰ ਕੇ ਨਾ ਰੰਬੀ ਜੀ ਤੇ ਇੰਜ ਕਾਗਜ਼ ਦੇ ਉੱਤੇ ਹੀ ਲਾ ਦੇਣਾ ਅਖਬਾਰ ਦੇ, ਉਹ ਤੱਕੜੀ ਚ ਤੋਲ ਦੇਣਾ, ਤੇ ਉਂਜੀ ਤੇ ਵਿੱਚ ਮਿੱਟੀ ਦੀ ਤੇਲ ਦੀ ਬੋਤਲ ਵੀ ਫੜ ਲੈਣੀ। ਆਉਂਦੇ ਸਾਰਾ ਬੜੀਆਂ ਪੁਰਾਣੀਆਂ ਗੱਲਾਂ ਨੇ। ਤੁਸੀਂ ਕਿੰਨੇ ਪੁਰਾਣੇ ਹੋ? ਮੈਂ 92 ਮਤਲਬ ਮੈਂ ਇਸ ਫੀਲਡ 'ਚ ਆਇਆ। ਅੱਛਾ, 92 ਫੀਲਡ 'ਚ ਆ ਗਏ? 1969 ਦੀ ਮੇਰੀ ਪੈਦਾਇਸ਼ ਹੈ। 1969 ਮੈਂ ਦੌਰ ਦੇਖਿਆ। ਹਾਂਜੀ, ਮਤਲਬ ਤੁਸੀਂ 50 ਮਾਰ ਚੁੱਕੇ ਹੋ। ਮੈਂ ਭੁੱਟੋ ਸਾਹਿਬ ਦਾ ਦੌਰ ਦੇਖਿਆ। ਸਾਡੇ ਸਾਰੇ ਲੋਕ ਹੀ ਭੁੱਟੋ ਸਾਹਿਬ ਨਾਲ ਬੜੀ ਮੁਹੱਬਤ ਕਰਦੇ ਸਨ। ਵਾਹ ਵਾਹ ਵਾਹ। ਐਸਾ ਲੀਡਰ ਇਸ ਮੁਲਕ 'ਚ ਫੇਰ ਨਹੀਂ ਆਉਣਾ। ਵੈਸੇ ਤੁਸੀਂ ਅਗਰ ਇਹ ਕਹਿ ਦਿਓ ਨਾ ਕਿ ਮੈਂ ਹੁਣ 32 ਸਾਲ ਮੇਰੀ ਉਮਰ ਹੋ ਗਈ, ਤੇ ਵੇਖਣ ਵਾਲੇ ਨੇ ਮੰਨ ਲੈਣਾ। ਰੱਬ ਨੇ ਤੁਹਾਡੇ ਤੇ ਖਾਸ ਕਰਮ ਨਹੀਂ, ਉਦੋਂ ਤੇ ਬੱਤੀ ਵੀ ਨਹੀਂ ਸੀ ਹੁੰਦੀ ਤੇ ਉਹਦਾ ਦੌਰ ਮੈਂ ਫਿਰ ਕਰਦੇ ਅਸੀਂ ਕਾਫੀ ਕੰਮ ਮੈਂ ਕੀਤੇ ਜ਼ਿੰਦਗੀ 'ਚ। ਮੈਂ ਚਾਹ ਦੀ ਦੁਕਾਨ ਵੀ ਬਣਾਈ ਰੱਖੀ ਹੈ, ਫਿਰ ਨਾਲ ਮੈਂ ਸੁਨਿਆਰਿਆਂ ਦਾ ਕੰਮ ਵੀ ਜਾਣਨਾ, ਉਹ ਵੀ ਮੈਂ ਕੀਤਾ। ਲੇਕਿਨ ਕਿਸੇ ਵੀ ਕੰਮ 'ਚ ਦਿਲ ਨਹੀਂ ਸੀ ਲੱਗਦਾ, ਅੰਦਰ ਇੱਕ ਫਨਕਾਰ ਸੀ। ਮੈਂ ਕਲੀਨਾ ਦਾ ਕੰਮ ਕੀਤਾ 7 ਸਾਲ ਕੰਟੀਨਿਊ, ਜਿਹਨੂੰ ਗਲੀਚੇ ਵੀ ਕਹਿੰਦੇ ਆ, ਗਲੀਚੇ। ਜੀ ਜੀ। ਤੇ ਉਦੋਂ ਉਸ ਕੰਮ ਦਾ ਬੜਾ ਰੂਹ ਸੀਗਾ। ਉਹ ਕਹਿੰਦੇ ਨੇ ਉਹ ਭੰਡਾ ਨੇ ਇੱਕ ਜੁਗਤ ਵੀ ਬਣਾਏ ਸੀ। ਹਾਂ ਵੀ ਭੰਡਾ ਕਹਿੰਦਾ ਦੁੱਧ ਲੈ ਕੇ ਪੀਪਿਆਂ ਵਾਲੇ, ਤੇ ਕਹਿੰਦਾ ਬੱਚੇ ਕਹਿੰਦਾ ਉਹ ਲੈ ਕੇ ਗਲੀਚਿਆਂ ਵਾਲੇ। ਇੱਕ ਦੌਰ ਹੁੰਦਾ ਸੀ ਉਦੋਂ, ਇਹ ਜੁਗਤ ਚੱਲਦੀ ਹੁੰਦੀ ਸੀ ਕਿ ਉਹ ਐਡਵਾਂਸ ਮਾਂ ਪਿਓ ਨੂੰ ਲੈ ਕੇ ਨਾ 1000-1500 ਤੋਂ ਬੜੀ ਚੀਜ਼ ਹੁੰਦੀ ਸੀ, ਤੇ ਬੱਚੇ ਨੂੰ ਗਿਰਵੀ ਰੱਖ ਦਿੰਦੇ ਸੀ। ਉਹ ਵੀ ਕਲਚਰ ਖਤਮ ਹੋ ਗਿਆ। ਅੱਜ ਅਸੀਂ ਕਾਫੀ ਦੌਰ ਦੇਖੇ ਮੈਂ। ਅੱਛਾ, ਤੇ ਮੇਰਾ ਕੁਐਸਚਨ ਪਹਿਲਾਂ ਵੀ ਇਹ ਸੀ, ਹੁਣ ਵੀ ਉਹਦੇ ਨਾਲ ਹੀ ਰਿਲੇਟ ਮੈਂ ਕਰਦੀ ਹਾਂ। ਕਦੋਂ ਲੱਗਿਆ ਕਿ ਤੁਸੀਂ ਥੀਏਟਰ ਤੇ ਚੱਲ ਸਕਦੇ ਹੋ, ਤੇ ਆਪਣੇ ਆਪ ਦੇ ਅੰਦਰ ਇਹ ਮਾਣ ਪੈਦਾ ਹੋਇਆ ਕਿ ਮੈਂ ਫਨਕਾਰ ਹਾਂ? ਨਹੀਂ, ਮੇਰੇ 'ਚ ਇੱਕ ਖਾਮੀ ਸੀਗੀ, ਮੈਂ ਉਹਨੂੰ ਖਾਮੀ ਕਵਾਂਗਾ। ਥੀਏਟਰ ਅਸੀਂ ਦੇਖਣ ਜਾਂਦੇ ਸਾਂ, ਉਕਾੜਾ ਸਾਡਾ ਸ਼ਹਿਰ ਸੀ, ਉੱਥੇ ਥੀਏਟਰ ਹੁੰਦਾ ਸੀ, ਤੇ ਮੈਂ ਹਾਲ 'ਚੋਂ ਬਹਿ ਕੇ ਜੁਗਤਾ ਕਰਦਾ ਹੁੰਦਾ ਸੀ। ਠੀਕ ਹੈ। ਉਹ ਮੈਨੂੰ ਹਾਲ 'ਚੋਂ ਵੀ ਲਾਫਟਰ ਕਲੈਪ ਆ ਜਾਣਾ। ਉਹ ਮੈਂ ਸਮਝਦਾ ਸੀ ਕਿ ਬੜੀ ਗੱਲ ਹੈ, ਲੇਕਿਨ ਉਹ ਫਾਲ ਸੀਗਾ। ਕਿਉਂਕਿ ਇੱਕ ਆਰਟਿਸਟ ਪਰਫਾਰਮ ਕਰ ਰਿਹਾ, ਮੈਂ ਉਹਨੂੰ ਤੰਗ ਕਰ ਰਿਹਾ, ਤੇ ਉਹ ਜ਼ਾਹਰ ਹੈ ਉਹਦਾ ਪਤਾ ਨਹੀਂ ਕੀ ਬਣੇਗਾ, ਜਾਂ ਉਹ ਕੀ ਬਣਾ ਕੇ ਲਿਆਇਆ, ਤੇ ਮੈਂ ਐਵੇਂ ਹੀ ਵਿੱਚੋਂ। ਤੇ ਉਹ ਮੈਨੂੰ ਇੱਕ ਬੰਦਾ ਕਹਿੰਦਾ ਤੂੰ ਐਡਾ ਹੀ ਹੈਗਾ, ਤੇ ਇੱਥੇ ਆ ਕੇ ਜੁਗਤਾ ਕਰ ਲਾ। ਮੈਂ ਕਿਹਾ ਜੀ ਮੈਂ ਇੱਥੇ ਵੀ ਆ ਜਾਗਾ। ਉਹ ਫਿਰ ਮੇਰਾ ਇੱਕ ਦੋਸਤ ਸੀ, ਕਹਿੰਦਾ ਤੂੰ ਗੱਲ ਅੱਛੀ ਕਰਦਾ, ਟਾਈਮਿੰਗ ਵੀ ਅੱਛੀ ਆ, ਕਿਉਂਕਿ ਕਾਮੇਡੀ ਟਾਈਮਿੰਗ ਦਾ ਨਾਂ ਹੈ। ਜਿਹਦੇ ਕੋਲ ਟਾਈਮਿੰਗ ਆ ਉਹਦੀ ਕਾਮੇਡੀ ਆ। ਆਮ ਦੁਨੀਆ 'ਚ ਵੀ ਜਿਹੜਾ ਬੰਦਾ ਟਾਈਮਿੰਗ ਨਾਲ ਗੱਲ ਕਰਦਾ, ਤੁਹਾਨੂੰ ਬੜਾ ਅੱਛਾ ਲੱਗੇਗਾ। ਅੱਛਾ, ਗੱਲ ਇਹ ਆ ਜੀ, ਮੈਨੂੰ ਆਪਣਾ ਕਮਰਾ ਚਾਹੀਦਾ। ਅੱਛਾ। ਤੇ ਕੀ ਕਰਾਇਆ?
ये अभी मैंने पेंट कराया है। ਮੈਂ ਕੋਈ ਦਿਹਾੜੀਆਂ ਨਹੀਂ ਲਾਉਣੀਆਂ ਇੱਥੇ। ਕਿ ਯਾਰ ਇਹ ਬੰਦਾ ਬੜੇ ਅੱਛੀ ਗੁਫ਼ਤਗੂ, ਤੇ ਉਹ ਫਿਰ ਉਹ ਮੈਨੂੰ ਲੈ ਗਿਆ। ਪਹਿਲੇ ਡਰਾਮੇ 'ਚ ਹੀ ਮੈਂ ਕੰਮ ਕੀਤਾ ਜੀ 92 'ਚ। ਸਾਡੇ ਚੌਰੀ ਅਰਸ਼ਦ ਸਾਹਿਬ ਨੇ, ਇਸ ਵੇਲੇ ਅਲਫਲਾ ਥੀਏਟਰ ਦੇ ਮਾਲਕ ਨੇ ਲਾਹੌਰ। ਠੀਕ ਹੈ। ਉਦੋਂ ਅਸੀਂ ਲੋਕਲ ਸਜ਼ਾ ਦੇ ਡਰਾਮੇ ਹੁੰਦੇ ਸਨ, ਇੱਕ ਦੋ ਫਨਕਾਰ ਲਾਹੌਰੋਂ ਲੈ ਜਾਣੇ ਅੱਛੇ, ਜਿਹਨਾਂ ਨੂੰ ਦੁਨੀਆ ਜਾਣਦੀ ਹੈ। ਉਹਨਾਂ ਦੀ ਵਜ੍ਹਾ ਤੋਂ ਲੋਕ ਆ ਜਾਂਦੇ। ਹਾਂਜੀ, ਉਹ ਫਿਰ ਅਸੀਂ ਪੋਸਟਰ ਵੀ ਕੰਧਾਂ ਤੇ ਹੱਥਾਂ ਨਾਲ ਲਾਉਣੇ, ਤੇ ਸੈੱਟ ਵੀ ਲਾਉਣਾ ਆਪ ਸਾਰੀ ਸਾਰੀ ਰਾਤ, ਤੇ ਬੁਨਿਆਦੀ ਵੀ ਆਪ ਕਰਨੀ ਟਾਂਗੇ 'ਚ ਬਹਿ ਕੇ। ਉਹ ਦੌਰ ਹੁੰਦਾ ਸੀ ਟਾਂਗੇ ਦੇ ਉੱਤੇ ਸਪੀਕਰ ਬੰਨ੍ਹ ਕੇ ਨਾ ਜੀ, ਤੇ ਮਾਈਕ 'ਚ ਜੀ ਤੁਹਾਡੇ ਸ਼ਹਿਰ 'ਚ ਇੱਕ ਡਰਾਮਾ ਆ ਗਿਆ ਜੀ, ਚੱਲ ਮੇਰਾ ਪੁੱਤ, ਜਿਸ ਤਰ੍ਹਾਂ ਇਹ ਫਿਲਮ ਲੱਗੀ ਹੈ। ਅਗਰ ਉਹ ਦੌਰ ਹੁੰਦਾ ਤੇ ਇੰਜ ਹੀ ਐਲਾਨ ਹੋਣਾ ਸੀ। ਅਨਾਉਂਸਮੈਂਟ ਇਹੀ ਹੁਣ ਤੇ ਮੀਡੀਆ ਆ ਗਿਆ ਨਾ, ਹੁਣ ਤੇ ਪਬਲਿਸਿਟੀ ਦੀ ਲੋੜ ਹੀ ਕੋਈ ਨਹੀਂ। ਉਹ ਸਾਰਾ ਦਿਨ ਟਾਂਗੇ ਤੇ ਐਲਾਨ ਵੀ ਕਰਨਾ, ਸ਼ਾਮ ਨੂੰ ਪਾਰਟ ਵੀ ਕਰਨਾ ਡਰਾਮੇ 'ਚ। ਸਾਰਾ ਕੰਮ ਆਪ ਹੀ ਇਹ ਨਹੀਂ ਸੀ ਕਿ ਸਾਨੂੰ ਪੈਸੇ ਮਿਲਣਗੇ, ਸ਼ੌਕ ਸੀ, ਇੱਕ ਜਨੂਨ ਸੀਗਾ। ਤੇ 4-5 ਸਾਲ ਵਾਕਈ ਪੈਸੇ ਨਹੀਂ ਮਿਲੇ। ਤੂੰ ਮੇਰਾ ਵਾਲਦ ਕਹਿੰਦਾ ਯਾਰ ਦਫਾ ਕਰ ਇਸ ਕੰਮ ਨੂੰ, ਜਿੱਥੋਂ ਪੈਸਾ ਹੀ ਨਹੀਂ ਲੱਭਣਾ, ਤੂੰ ਚਾਹ ਦਾ ਕੰਮ ਕਰ ਲਾ। ਉਹ ਮੈਂ ਫਿਰ ਇੱਕ ਦੁਕਾਨ ਬਣਾ ਲਈ ਉੱਥੇ, ਉਹਦਾ ਮੈਂ ਨਾਂ ਰੱਖਿਆ ਫਨਕਾਰ ਟੀ ਸਟਾਲ। ਅੱਛਾ, ਉਹ ਫਨਕਾਰੀ ਆਪਣੇ ਅੰਦਰ ਲੋਕਲ ਸਤਾ ਦੇ ਫਨਕਾਰ ਮੇਰੇ ਕੋ ਆ ਕੇ ਬੈਠੇ ਰਹਿਣੇ। ਤੇ ਮੈਂ ਚਾਹ ਵੀ ਬੜੀ ਇਮਾਨਦਾਰੀ ਨਾਲ ਬਣਾਈ, ਕਿ ਮੈਂ ਮਲਾਈ ਵੀ ਘਰ ਨਹੀਂ ਲੈ ਕੇ ਗਿਆ। ਮੈਂ ਉਹ ਵੀ ਪਾ ਕੇ ਦਿੱਤੀ ਕਿ ਸ਼ਾਇਦ ਇੱਥੋਂ ਹੀ ਦਾਦ ਆ ਜਾਵੇ, ਕਿ ਸੁਭਾਨ ਅੱਲਾ ਵੀ ਤੇਰੀ ਚਾਹ ਹੀ ਕਿਆ ਬਾਤ। ਬੜੀ ਸੁਰੀਲੀ ਚਾਹ। ਉਹ ਫਿਰ ਇੱਕ ਦੌਰ ਆਇਆ ਕਿ ਇੱਕ ਅਨੈਸਨ ਪੱਟੀ ਸਾਹਿਬ ਦਾ ਭਾਈ ਕੈਫੀ ਜੀ, ਉਹਨਾਂ ਦਾ ਇੱਕ ਬੜਾ ਅਦਾਰਾ ਸੀ ਜੀ, ਇਹ ਪੱਟੀ ਬਰਾਦਰਾਂ ਦਾ ਫਿਲਮ 'ਚ। ਤੇ ਉਹ ਪੱਟੀ ਸਾਹਿਬ ਤੇ ਫੌਤ ਹੋ ਗਏ ਸੀ। ਉਹਨਾਂ ਤੋਂ ਬਾਅਦ ਉਹਦਾ ਆਪਣਾ ਭਾਈ ਕੈਫੀ ਸਾਹਿਬ, ਉਹ ਇੱਕ ਡਰਾਮਾ ਲੈ ਕੇ ਨਿਕਲੇ ਸੀ ਜਿਹੜਾ ਨਾਮ ਨੇਠਾ। ਉਹ ਕੋ ਮਨਸ਼ਿਆਤ ਤੇ ਬਣਾਇਆ ਸੀ ਉਹਨਾਂ ਨੇ ਮਨਸ਼ੂਰ ਸੀ ਕਿ ਮੈਂ ਲਾਹੌਰ 'ਚ ਇੱਕ ਹਸਪੀਟਲ ਬਣਾਵਾਂਗਾ ਜਿੱਥੇ ਨਸ਼ਾ ਪੀਣ ਵਾਲਿਆਂ ਦਾ ਇਲਾਜ ਕਰਾਵਾਂਗਾ। ਤੇ ਉਹ ਇਸ ਤਰ੍ਹਾਂ ਹੀ ਡੋਰ ਟੂ ਡੋਰ ਜਾ ਕੇ ਨਾ, ਉੱਥੇ ਹੀ ਕਰੈਕਟਰ ਸ਼ਾਟ ਹੋ ਗਿਆ ਉਹਨਾਂ ਦਾ। ਉਹ ਕੋਈ ਲੜਾਈ ਕਰਕੇ ਚਲਾ ਗਿਆ ਪਿੱਛੇ 100 ਕੋ ਉਹਨਾਂ ਦੀ। ਉਹਨੇ ਕਿਹਾ ਜੀ ਹੁਣ ਇਹ ਡਰਾਮਾ ਰੋਲ ਤੋਂ ਬਗੈਰ ਅੱਗੇ ਚੱਲਦਾ ਨਹੀਂ ਸੀ ਹੁੰਦਾ, ਹੁਣ ਤੇ ਫਿਲਮਤੀ ਹੋ ਜਾਂਦਾ ਨਾ, ਜੋ ਵੀ ਮਰਜ਼ੀ ਕਰ ਲਓ। ਉਦੋਂ ਲਿਖੇ ਹੁੰਦੇ ਸਨ ਡਰਾਮੇ। ਤੇ ਉਹਨਾਂ ਨੇ ਫਿਰ ਮੇਰਾ ਦੱਸਿਆ ਕਿ ਇਹ ਮੁੰਡਾ ਇੱਕ ਹੈਗਾ ਇੱਥੇ, ਇੱਕ ਕਰ ਸਕਦਾ। ਉਹ ਮੇਰੇ ਕੋਲ ਫਿਰ ਉੱਥੇ ਦੁਕਾਨ ਤੇ ਆਏ ਨੇ, ਤੇ ਮੈਨੂੰ ਤੇ ਚਾਅ ਚੜ੍ਹ ਗਿਆ ਕਿ ਕੈਫੀ ਸਾਹਿਬ। ਮੈਂ ਤੇ ਉਹਨਾਂ ਦੀਆਂ ਫਿਲਮਾਂ ਦੇਖੀਆਂ, ਉਹਨਾਂ ਦਾ ਸਾਰਾ ਅਸੀਂ ਛਾਂਟੇ ਖਾਦੇ ਨੇ, ਉਦੋਂ ਲਾਈਨ 'ਚ ਛਾਂਟੇ ਮਾਰਦੇ ਹੁੰਦੇ ਸੀ। ਤੇ ਉਹ ਆ ਗਏ ਤੇ ਉਹਨਾਂ ਨੇ ਮੈਨੂੰ 2000 ਰੁਪਇਆ ਉਸ ਦੌਰ 'ਚ ਦਿੱਤਾ ਐਡਵਾਂਸ। ਕਹਿੰਦਾ ਬੇਟੇ ਮੇਰੇ ਨਾਲ ਅਸੀਂ ਇਹ ਕੰਮ ਕਰਨਾ ਹੈ, ਸਾਲ ਲੱਗ ਜਾਏ 2 ਸਾਲ ਲੱਗ ਜਾਣ। ਤੇ ਮੈਂ ਘਰਦਿਆਂ ਨੂੰ ਕਿਹਾ ਜੀ ਇਹ ਦੁਕਾਨ ਪਈ ਹੈ ਤੁਹਾਡੀ, ਤੇ ਮੈਂ ਜਾ ਰਿਹਾ, ਜਿਨ੍ਹਾਂ ਦਾ ਮੈਂ ਹੈਗਾ ਸੀ ਮੈਨੂੰ ਲੈਣ ਆ ਗਿਆ ਆਪਣੀ ਅਸਲੀ ਥਾਂ। ਉਹ ਫਿਰ ਕਰਦੇ ਕਰਦੇ ਇੱਥੋਂ ਤੱਕ ਆ ਗਏ। ਤੇ ਕਦੋਂ ਫਿਰ ਇਸ ਤੋਂ ਅੱਗੇ ਕਿਹੜੇ ਡਰਾਮੇ ਤੋਂ ਬਹੁਤ ਜ਼ਿਆਦਾ ਫੇਮ ਮਿਲਿਆ? ਫੇਮ ਤੇ ਮੇਰਾ ਖਿਆਲ ਹੈ ਕਿ ਲਾਹੌਰ ਆ ਕੇ ਮਿਲਿਆ, ਕਿਉਂਕਿ ਲਾਹੌਰ ਇੱਕ ਯੂਨੀਵਰਸਿਟੀ ਹੈ। ਜੀ ਜੀ। ਤੇ ਬਾਹਰ ਅਸੀਂ ਸਿੱਖਦੇ ਰਹੇ ਹਾਂ, ਤੇ ਲੇਕਿਨ ਬਾਹਰੋਂ ਵੀ ਗੱਲਾਂ ਪਹੁੰਚਦੀਆਂ ਸਨ ਕਿ ਜਿਸ ਤਰ੍ਹਾਂ ਵੀ ਛੋਟੇ ਛੋਟੇ ਸ਼ਾਇਰ ਬੈਠੇ ਹੁੰਦੇ ਨੇ ਪਿੰਡਾਂ ਪੁੰਡਾਂ 'ਚ, ਉਹਨਾਂ ਦਾ ਅੱਛਾ ਸ਼ੇਰ ਤੇ ਪਹੁੰਚ ਜਾਂਦਾ। ਇੱਦਾਂ ਹੀ ਅੱਛੇ ਕਾਮੇਡੀਅਨ ਦੀ ਵੀ ਗੱਲ ਪਹੁੰਚ ਜਾਂਦੀ ਹੈ। ਉਹ ਲੇਕਿਨ ਉਹ ਸਾਡੇ ਆਉਣ ਤੋਂ ਪਹਿਲਾਂ ਹੀ ਇੱਥੇ ਹੋ ਜਾਂਦੀ ਸੀ। ਜਿਹਦੇ ਵਿੱਚ ਕਿਸੇ ਦਾ ਸ਼ੇਰ ਕੋਈ ਪਹਿਲਾਂ ਹੀ ਪੜ੍ਹ ਦਿੰਦਾ ਨਾ, ਕਿ ਉਹ ਅਜੇ ਵਿਚਾਰਾ ਉਹ ਬੈਠਾ, ਉਹਨੇ ਪੜ੍ਹਨਾ ਤੇ ਉਹਦਾ ਹੀ ਪੜ੍ਹ ਦਿੱਤਾ। ਤੇ ਇਸ ਤਰ੍ਹਾਂ ਵੀ ਬੜਾ ਹੋਇਆ। ਲੇਕਿਨ ਅੱਲਾਹ ਪਾਕ ਨੇ ਜਿਹਨੂੰ ਆਮਦ ਦਿੱਤੀ ਹੋਵੇ ਨਾ, ਗੱਲ ਉਤਰਦੀ ਹੋਵੇ, ਤੇ ਉਹ ਫਿਰ ਇੱਥੇ ਸੇਲ ਸਾਹਿਬ ਨਾਲ ਮੈਂ ਡਰਾਮਾ ਕੀਤਾ ਇੱਕ, ਆਪਣਾ ਨੌਕਰ ਸਾਹਿਬ, ਉਹ 'ਚ ਮਸਤਾਨਾ ਸਾਹਿਬ ਵੱਡੇ ਫਨਕਾਰ ਸਨ ਸਾਰੇ। 1 ਕਰੋੜ ਲਾਨਤ ਤੋਂ ਤੇਰੇ ਤੇ। ਇੱਥੇ ਵਿਹਲਾ ਬੈਠਾ ਹੱਥ ਵਾਲੇ ਰੁਮਾਲ ਦੇ ਚੂਹੇ ਬਣਾਉਣ ਡੇ ਆ। ਉਹ 100 ਰੁਪਏ ਦਾ ਕੁਛ ਵੰਡੋ, ਮੈਂ ਮੂੰਹ ਥੱਲੇ ਆ ਚੱਲਾ ਸਾਂ। ਫਿਰ ਮੈਂ ਇੱਕ ਡਰਾਮਾ ਮੁਲਤਾਨ ਕਰਨ ਗਿਆ, ਮੇਰੀ ਜ਼ਿੰਦਗੀ ਦੇ 5 ਸਾਲ ਉੱਥੇ ਲੰਘ ਗਏ। ਉੱਥੋਂ ਮੈਨੂੰ ਫਿਰ ਦੋਸਤ ਮਿਲ ਗਏ, ਆਪਣਾ ਆਗਾ ਮਾਜਿਦ ਸਾਹਿਬ, ਇਹ ਉੱਥੋਂ ਦੇ। ਅੱਛਾ, ਇਹ ਤੁਹਾਡੇ ਮੁਲਤਾਨ ਦੇ ਦੋਸਤ? ਇਹ ਮੁਲਤਾਨ ਦੇ। ਅਸੀਂ ਉੱਥੇ ਸੁਪਰਸਟਾਰ ਸਾਂ, ਤੇ ਇਹਨਾਂ ਨੂੰ ਵੀ ਅਸੀਂ ਸੁਪਰਸਟਾਰ ਬਣਾਤਾ ਉੱਥੇ। ਅੱਛਾ, ਮਤਲਬ ਤੁਸੀਂ ਆਗਾ ਮਾਜਿਦ ਤੋਂ ਸੀਨੀਅਰ ਹੋ? ਆਗਾ ਮਾਜਿਦ ਦੀ ਬਾਤ ਨਹੀਂ, ਆਗਾ ਮਾਜਿਦ ਆਪਣੇ ਸ਼ਹਿਰ 'ਚ ਮੇਰੇ ਨਾਲ ਤਕਰੀਬਨ 1-2 ਸਾਲ ਦਾ ਫਰਕ ਹੈ। ਅੱਛਾ। ਤੇ ਉੱਥੇ ਕੰਮ ਕਰ। ਫਿਰ ਨਾਸਰ ਚਨੋਟੀ ਵੀ ਮੁਲਤਾਨ ਆ ਗਿਆ। ਮਤਲਬ ਬਹੁਤ ਸਾਰੇ ਫਨਕਾਰ ਉਹ ਦੂਸਰੇ ਸ਼ਹਿਰਾਂ ਤੋਂ ਇੱਥੇ ਲਾਹੌਰ ਆਏ ਹੋਏ। ਹਾਂਜੀ ਹਾਂਜੀ। ਉਹ ਲਾਹੌਰ ਤੋਂ ਉਹਨਾਂ ਨੂੰ ਸ਼ੋਹਰਤ ਨਹੀਂ ਮਿਲੀ। ਲਾਹੌਰ ਤੇ ਇੱਕ ਦਾਤਾ ਦੀ ਨਗਰੀ ਐਸੀ ਸੀ ਕਿ ਇੱਥੇ ਜਿਹੜਾ ਵੀ ਆਉਂਦਾ ਸੀ ਅਮਰ ਹੋ ਜਾਂਦਾ ਸੀ। ਹੁਸੈਨ ਮਿਸਾਲ ਇਹ ਹੈ ਕਿ ਬਾਕੀ ਕਿਸੇ ਅੱਛੇ ਕਾਲਜ ਤੋਂ ਪੜ੍ਹ ਕੇ ਆਇਆ ਤੇ ਲਾਹੌਰ ਦੀ ਯੂਨੀਵਰਸਿਟੀ 'ਚ ਸਰ ਦੇਖੋ ਨਾ, ਸੁਲਤਾਨ ਰਾਏ ਸਾਹਿਬ ਪਿੰਡੀ ਤੋਂ ਚੱਲੇ, ਕਿਹੜਾ ਫਨਕਾਰ ਕਿੱਥੋਂ ਚੱਲਿਆ, ਲੇਕਿਨ ਲਾਹੌਰ ਆ ਕੇ ਹਿੱਟ ਹੋਇਆ। ਪੂਰੇ ਪੰਜਾਬ ਦਾ ਹੱਬ ਜਿਹੜਾ ਹੈ ਉਹ ਲਾਹੌਰ ਹੀ। ਲਾਹੌਰ ਜੀ। ਫਿਲਮ ਹੀ ਲਾਹੌਰ 'ਚ ਬਣਦੀ ਸੀ, ਟੀਵੀ ਲਾਹੌਰ 'ਚ ਸੀ, ਰੇਡੀਓ ਲਾਹੌਰ 'ਚ ਸੀ। ਤੇ ਇਹ ਕੈਸਾ ਐਕਸਪੀਰੀਅੰਸ ਰਿਹਾ ਜਿਹੜਾ ਜਦੋਂ ਇੱਥੇ ਪ੍ਰਾਈਵੇਟ ਪ੍ਰੋਡਕਸ਼ਨ ਹੋਏ, ਮੁxtਲਿਫ ਚੈਨਲ ਆਏ, ਔਰ ਚੈਨਲ ਤੇ ਅਫਤਾਬ ਇਕਬਾਲ ਨੇ ਇੱਕ ਨਵਾਂ ਆਈਡੀਆ ਦਿੱਤਾ? ਇਹ ਤੇ ਕਾਫੀ ਦੇਰ ਹੋ ਗਿਆ ਨਾ ਇਸ ਸਿਲਸਿਲਾ ਚੱਲਦਿਆਂ। ਉਹਦੇ 'ਚ ਫਿਰ ਅੱਲਾਹ ਪਾਕ ਨੇ ਸਾਨੂੰ ਇਹ ਵੀ ਸ਼ਰਫ ਦਿੱਤਾ ਕਿ ਅਸੀਂ ਵੱਡੀਆਂ ਟੀਮਾਂ ਦੇ ਨਾਲ ਆਊਟਡੋਰ ਮੁਲਕੋਂ ਬਾਹਰ ਕੰਮ ਕਰਨਾ ਸ਼ੁਰੂ ਕਰਤਾ।
ਇੰਟਰਨੈਸ਼ਨਲ ਲੈਵਲ ਤੇ, ਕਿਉਂਕਿ ਉਦੋਂ ਸਾਡੀ ਵੀਡੀਓ ਬਣਦੀ ਸੀ ਨਾ ਜਿਹੜੀ ਡਰਾਮੇ ਦੀ, ਜੀ ਉਹ ਪੂਰੀ ਦੁਨੀਆ 'ਚ ਦੇਖੀ ਜਾਂਦੀ ਸੀ। ਬਿਲਕੁਲ ਡਰਾਮਾ ਐਸਾ ਲੋਕ ਸਮਝਦੇ ਕਿ ਯਾਰ ਇਹ ਕੌਣ ਲੋਕ ਨੇ, ਕਿਸ ਤਰ੍ਹਾਂ ਕਰ ਲੈਂਦੇ ਸਾਰਾ ਕੁਝ, ਇੰਨਾ ਹਸਾਉਂਦੇ ਲੋਕਾਂ ਨੂੰ। ਤੇ ਉਹ ਫਿਰ ਡਿਮਾਂਡ ਹੁੰਦੀ ਸੀ ਕਿ ਇਹਨੂੰ ਲੈ ਕੇ ਆਓ, ਇਹਨੂੰ ਲੈ ਕੇ ਆਓ, ਇਹਨੂੰ ਲੈ ਕੇ ਆਓ। ਉਹ ਸਾਡੇ ਇੱਕ ਪ੍ਰਮੋਟਰ ਨੇ ਜੱਬੀ ਸਾਹਿਬ, ਉਹ ਸਾਨੂੰ ਪਹਿਲੀ ਵਾਰੀ ਇੰਗਲੈਂਡ ਲੈ ਕੇ ਗਏ ਨੇ, ਫਿਰ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਤੇ ਪੂਰੀ ਦੁਨੀਆ ਹੀ ਫਿਰ ਲਈ। ਤਕਰੀਬਨ ਅਮਰੀਕਾ ਨਹੀਂ ਗਏ, ਬਾਕੀ ਸਾਰੇ ਹੀ ਅਸੀਂ ਫਿਰ ਫੁਰ ਲਿਆ। ਕਿ ਇੰਟਰਨੈਸ਼ਨਲ ਫਨਕਾਰ ਉਦੋਂ ਹੀ ਬਣਦਾ ਨਾ ਜਦੋਂ ਬਾਹਰ ਦੇ ਮੁਲਕ ਕੰਮ ਕਰਦੇ। ਬਿਲਕੁਲ। ਮੈਨੂੰ ਥੋੜਾ ਜਿਹਾ ਇਹ ਪਲੀਜ਼ ਦੱਸੋ ਕਿ ਜਿਹੜੀ ਥੀਏਟਰ ਦੀ ਪਰਫਾਰਮੈਂਸ ਹੈ ਔਰ ਚੈਨਲ ਦੀ ਪਰਫਾਰਮੈਂਸ ਹੈ, ਇਹਦੇ 'ਚ ਕੀ ਡਿਫਰੈਂਸ ਹੈ? ਉਹਦੇ 'ਚ ਸਿਰਫ ਜ਼ਮੀਰ ਦਾ ਹੀ ਹੈ, ਗੱਲ ਤੇ ਉਹੀ ਹੈ ਜਿਹੜੀ ਅਸੀਂ ਉੱਥੇ ਵੀ ਕਰਨੇ ਆ। ਲੇਕਿਨ ਟੀਵੀ ਇਹ ਜ਼ਰਾ ਬੜਾ, ਅਸੀਂ ਲੋਕਾਂ ਦੇ ਡਰਾਇੰਗ ਰੂਮ 'ਚ ਚਲੇ ਜਾਂਦੇ, ਉੱਥੇ ਸਾਡੀਆਂ ਮਾਵਾਂ ਭੈਣਾਂ ਸਾਨੂੰ ਬਹਿ ਕੇ ਦੇਖ ਰਹੀਆਂ ਹੁੰਦੀਆਂ ਨੇ, ਤੇ ਉੱਥੇ ਬੜੀ ਖੂਬਸੂਰਤ ਗੱਲ ਕਰਨਾ ਪਿਆ। ਅੱਛਾ, ਇਹਦੇ 'ਚ ਇਹ ਫਰਕ ਤੁਸੀਂ ਨਹੀਂ ਫੀਲ ਕਰਦੇ ਕਿ ਥੀਏਟਰ ਤੇ ਜੋ ਤੁਸੀਂ ਮੂੰਹੋਂ ਬੋਲਿਆ ਉਹ ਬੋਲ ਜ਼ਬਾਨੋਂ ਨਿਕਲ ਗਿਆ, ਤੇ ਜਿਹੜੇ ਚੈਨਲ ਤੇ ਤੁਸੀਂ ਬੈਠਦੇ ਹੋ ਉਹਦੇ ਤੇ ਐਡਿਟ ਦਾ ਆਪਸ਼ਨ ਹੁੰਦਾ ਹੈ, ਇਸ ਲਈ ਅਸੀਂ ਹੋ ਜਾਂਦਾ। ਲੇਕਿਨ ਅੱਜ ਵੀ ਥੀਏਟਰ ਜਿਹੜਾ ਹੈ, ਲੇਕਿਨ ਅਸੀਂ ਬੜੀ ਦੇਰ ਲਾਈਵ ਵੀ ਕੀਤਾ ਚੈਨਲ, ਰੋਜ਼ ਲਾਈਵ ਸ਼ੋਅ ਕਰੀਦਾ ਸੀ। ਉਦੋਂ ਕੋਈ ਨਾ ਕੋਈ ਸਿਆਸੀ ਗੁਫ਼ਤਗੂ ਐਸੀ ਹੁੰਦੀ ਸੀ ਜਾਂ ਸਿਆਸੀ ਮਾਮਲਾਤ ਐਸੇ ਚੱਲ ਰਹੇ ਹੁੰਦੇ ਸਨ, ਉਹਦੇ ਸਾਨੂੰ ਲਾਈਵ ਸ਼ੋਅ ਕਰਨਾ ਪੈਂਦਾ ਸੀ। ਜਿਸ ਤਰ੍ਹਾਂ ਵਰਲਡ ਕੱਪ ਚੱਲ ਰਿਹਾ, ਉਹਦੇ 'ਚ ਸਾਨੂੰ ਲਾਈਵ ਕਰਨਾ ਪੈਂਦਾ ਸੀ। ਉਹ ਫਿਰ ਲਾਈਵ ਵੀ ਬੜੇ ਕੀਤੇ ਨੇ। ਅੱਛਾ, ਕੁਝ ਐਸਾ ਕੁਝ ਮੌਕਾ ਹੋਇਆ ਕਿ ਕੋਈ ਬੜੀ ਪ੍ਰੋਮੀਨੈਂਟ ਸ਼ਖਸੀਅਤ ਆਈ ਹੈ ਤੇ ਉਹਨੂੰ ਜੁਗਤ ਮਾਰਨ ਨੂੰ ਦਿਲ ਕੀਤਾ ਹੈ ਤੇ ਜੁਗਤ ਮਾਰ ਵੀ ਦਿੱਤੀ ਹੈ, ਔਰ ਬਾਅਦ ਦੇ ਵਿੱਚ ਉਸ ਦਾ ਰਿਐਕਸ਼ਨ ਬਹੁਤ ਸਖਤ ਹੈ? ਕੋਈ ਜ਼ਿੰਦਗੀ 'ਚ ਐਸਾ ਵਕਤ? ਨਹੀਂ, ਐਸਾ ਹੋਇਆ ਨਹੀਂ, ਲੇਕਿਨ ਜਾਣ ਲੱਗਿਆ ਉਹ ਸਾਨੂੰ ਇਹ ਕਹਿ ਕੇ ਜਾਂਦੇ ਨੇ, ਕਿਉਂਕਿ ਸਾਡੇ ਤੋਂ ਵੱਡੇ ਫਨਕਾਰ ਉਹ ਆਪ ਨੇ, ਬਸ ਇਹੀ ਕਹਿ ਕੇ ਯਾਰ ਹੱਥ ਹੌਲਾ ਰੱਖਿਆ ਕਰੋ ਬਸ। ਔਰ ਇਹ ਆਂਦਿਆਂ ਵੀ ਕਹਿੰਦੇ ਨਹੀਂ ਜਾਂ ਆਂਦਿਆਂ ਨਹੀਂ ਕਹਿੰਦੇ ਜਦੋਂ ਪ੍ਰੋਗਰਾਮ ਦੇ ਵਿੱਚ ਆ ਰਹੇ ਹੁੰਦੇ? ਨਹੀਂ, ਉਹਨਾਂ ਦੇ ਨਾਲ ਪ੍ਰੋਟੋਕੋਲ ਹੀ ਇੰਨਾ ਹੁੰਦਾ, ਉਹਨਾਂ ਨੂੰ ਆਪਣੀ ਮਤਲਬ ਸਿਆਸਤ ਜਿਹੜੀ ਇੱਜ਼ਤ, ਉਹਨਾਂ ਨੂੰ ਰਿਸਪੈਕਟ ਮਿਲ ਰਹੀ ਹੁੰਦੀ ਹੈ, ਉਹਦਾ ਹੀ ਇੰਨਾ ਨਸ਼ਾ ਹੁੰਦਾ। ਬਹੁਤ ਸੋਹਣੀਆਂ ਗੱਲਾਂ ਤੁਹਾਡੇ ਤੋਂ ਸਾਨੂੰ ਸੁਣਨ ਨੂੰ ਮਿਲ ਰਹੀਆਂ। ਅਜੇ ਤੁਹਾਨੂੰ ਸੁਣਿਆ ਬਹੁਤ ਜ਼ਿਆਦਾ ਜਾਂਦਾ ਹੈ, ਜਿਸ ਤਰ੍ਹਾਂ ਤੁਸੀਂ ਵੀ ਦੱਸਿਆ ਹੈ ਕਿ ਪਾਕਿਸਤਾਨ ਤੋਂ ਬਾਹਰ ਵੀ ਸੁਣਿਆ ਜਾਂਦਾ ਹੈ, ਹਾਂਜੀ, ਔਰ ਉਹ ਸਾਰੀ ਪੰਜਾਬੀ ਕਮਿਊਨਿਟੀ ਤੁਹਾਡੇ ਚਾਹਣ ਵਾਲੀ ਹੈ, ਬਿਲਕੁਲ, ਜਿਨ੍ਹਾਂ ਦੇ ਵਿੱਚ ਡੈਫੀਨਿਟਲੀ ਜਦੋਂ ਅਸੀਂ ਬਾਕੀ ਦੁਨੀਆ ਦੇ ਗੱਲ ਕਰਾਂਗੇ ਤਾਂ ਉਹਦੇ 'ਚ ਫਿਰ ਸਭ ਤੋਂ ਵੱਡੀ ਕਮਿਊਨਿਟੀ ਸਿੱਖ ਹਨ, ਔਰ ਉਸ ਤੋਂ ਬਾਅਦ ਹਿੰਦੂ ਕਮਿਊਨਿਟੀ ਦੇ ਵੀ ਕੁਝ ਲੋਕ ਹਨ, ਤੇ ਉਹਨਾਂ ਵੀ ਕਦੇ ਰਾਬਤਾ ਰੂਬਤਾ ਕਰਦੇ ਹਨ ਇਹਨਾਂ ਜੁਗਤਾਂ ਦੀ ਵਜ੍ਹਾ ਤੋਂ ਕਿ ਜਿਹੜੇ ਜੋ ਤੁਸੀਂ ਹਸਾਉਂਦੇ ਹੋ, ਕੀ ਕਰਦੇ ਹੋ, ਇਸ ਦੇ ਬਾਰੇ ਕਦੇ ਕਿਸੇ ਨੇ ਕੋਈ ਰਾਬਤਾ ਕੀਤਾ ਜਾਂ ਇਹ ਬਸ ਸਿਰਫ ਦਬਿਆ ਰਹਿੰਦਾ ਇੱਥੇ ਹੀ? ਨਹੀਂ, ਪੰਜਾਬ ਦੇ ਲੋਕ ਜੀ ਜੀ, ਚੜ੍ਹਦੇ ਪੰਜਾਬ ਤੋਂ ਬਹੁਤ ਫੋਨ ਆਉਂਦੇ ਜੀ, ਮੇਰੇ ਬੜੇ ਫਰੈਂਡ ਨੇ ਉੱਥੋਂ, ਤੇ ਉਹਨਾਂ ਦਾ ਡੇਲੀ ਮੈਨੂੰ ਮਤਲਬ ਕਿ ਕਾਲਾਂ ਵੀ ਆਉਂਦੀਆਂ, ਵਾਇਸ ਮੈਸੇਜ ਵੀ ਆਉਂਦਾ, ਔਰ ਮੈਂ ਉਹਨਾਂ ਨਾਲ ਗੱਲ ਵੀ ਕਰਦਾ। ਫਿਰ ਅਮਰੀਕਾ 'ਚ ਬੈਠੇ ਲੋਕ, ਕੈਨੇਡਾ 'ਚ ਬੜੇ ਲੋਕ ਬੈਠੇ ਨੇ। ਅਸਲ 'ਚ ਤੇ ਸਾਡੀ ਜ਼ੁਬਾਨ ਤੇ ਕਲਚਰ ਸਾਡਾ ਇੱਕੋ ਹੀ ਹੈ ਨਾ ਜੀ, ਇੱਕ ਹੀ ਹੈ। ਤੇ ਜਦੋਂ ਅਸੀਂ ਜਾਂਦੇ ਉੱਥੇ ਬਾਹਰ ਦੇ ਮੁਲਕਾਂ 'ਚ, ਉਹ ਸਾਨੂੰ ਤੇ ਹੱਥਾਂ 'ਚ ਚੁੱਕ ਲੈਂਦੇ ਵਿਚਾਰੇ, ਬੜੀ ਰਿਸਪੈਕਟ ਇੱਜ਼ਤ ਕਰਦੇ ਸਾਡੀ, ਆਪਣੇ ਘਰਾਂ 'ਚ ਖਾਣੇ ਕਰਦੇ ਸਾਡੇ, ਗੱਡੀਆਂ ਸਾਡੇ ਅੱਗੇ ਪਿੱਛੇ ਲਾ ਦਿੰਦੇ ਵੀ ਕਿਤੇ ਜਾਣਾ ਆਉਣਾ ਵੀਰੇ ਤਾਂ ਤੁਹਾਡੀ ਆਪਣੀ ਗੱਡੀ ਆ। ਮੈਂ ਕਿਹਾ ਜੀ ਮੇਰੀ ਆਪਣੀ, ਮੈਨੂੰ ਇਹ ਨਾ ਕਹਿ ਦੇਣ ਧੋ ਹੁਣ। ਉਹਨਾਂ ਨਾਲ ਵੀ ਸ਼ੁਗਲ ਮੇਰੇ, ਫਿਰ ਗੈਟ ਟੂਗੈਦਰ ਵੀ ਘਰਾਂ 'ਚ ਜੁਗਤ ਪਾਣੀ ਵੀ ਹੁੰਦਾ ਉੱਥੇ, ਉਹ ਆਪਣੀਆਂ ਗੱਲਾਂ ਸੁਣਾਉਂਦੇ, ਅਸੀਂ ਆਪਣੀਆਂ, ਤੇ ਬੜਾ ਮਜ਼ਾ ਆਉਂਦਾ। ਉਹ ਲੱਗਦਾ ਹੀ ਨਹੀਂ ਕਿ ਮਤਲਬ ਅਸੀਂ ਦੋ ਆ। ਅੱਛਾ, ਪਾਕਿਸਤਾਨੀ ਪੰਜਾਬ ਦੇ ਵਿੱਚ ਵੀ ਨਾ ਤੁਹਾਨੂੰ ਬਹੁਤ ਜ਼ਿਆਦਾ ਇੱਜ਼ਤ ਮਿਲੀ ਹੈ, ਬੇਸ਼ੱਕ, ਔਰ ਸਾਨੂੰ ਬੜੀ ਖੁਸ਼ੀ ਹੁੰਦੀ ਕਿ ਫਨਕਾਰ ਦੀ ਇੱਜ਼ਤ ਹੋਣਾ ਸ਼ੁਰੂ ਹੋ ਗਈ। ਮੈਂ ਉਹਨਾਂ ਦੇ ਕਲਾਕਾਰਾਂ ਦੀ ਬੜੀ ਇੱਜ਼ਤ ਕਰਨਾ ਜੀ, ਜਿਹੜੇ ਇਸ ਵੇਲੇ ਸਹੀ ਪੰਜਾਬੀ ਨੂੰ ਉਹ ਲੈ ਕੇ ਟੁਰੇ ਨੇ, ਅਸੀਂ ਨਹੀਂ। ਅਸੀਂ ਤਾਂ ਸਿਰਫ ਡਰਾਮੇ ਦੀ ਹੱਦ ਤੱਕ ਜਾਂ ਇੱਧਰ, ਉਹਨਾਂ ਨੇ ਜ਼ਿਆਦਾ ਪ੍ਰਚਾਰ ਕੀਤਾ ਪੰਜਾਬੀ ਦਾ। ਦੇਖੋ ਨਾ ਇਸ ਵੇਲੇ ਪੂਰੀ ਦੁਨੀਆ ਤੇ ਰਾਜ ਹੈ, ਉਰਦੂ ਫਿਲਮਾਂ ਦੇ ਵਿੱਚ ਗਾਣਾ ਪੰਜਾਬੀ ਚੱਲ ਰਿਹਾ। ਬਿਲਕੁਲ, ਉਹ ਤੜਕਾ ਪੰਜਾਬੀ ਦਾ ਲੱਗਣਾ ਕਿ ਉਹਨਾਂ ਦੇ ਅਕਸ਼ੇ ਕੁਮਾਰ ਨੂੰ ਵੀ ਪੰਜਾਬੀ ਬੋਲਣੀ ਪਈ, ਉਹਦੇ ਸ਼ਾਹਰੁਖ ਨੂੰ ਵੀ ਕਿਤੇ ਨਾ ਕਿਤੇ ਪੰਜਾਬੀ ਬੋਲਣੀ ਪਈ ਹੈ। ਡੈਫੀਨਿਟਲੀ ਕਿ ਇਤਨੀ ਵੱਡੀ ਇੱਕ ਤੁਸੀਂ ਕਹਿ ਲਓ ਕਿ ਪਾਵਰਫੁਲ ਜ਼ਬਾਨ ਹੈ, ਉਹ ਨਹੀਂ, ਜ਼ਬਾਨ ਵੱਡਾ ਮੀਡੀਅਮ ਹੁੰਦਾ ਹੈ ਆਪਣੇ ਮੈਸੇਜ ਦਾ। ਨਹੀਂ, ਸਾਡੇ ਉਹ ਜਿਹੜੇ ਵੱਡੇ ਲੋਕ ਨੇ ਉਹ ਕਹਿੰਦੇ ਜੀ 3-4 ਜ਼ਬਾਨਾਂ ਜਿਨ੍ਹਾਂ 'ਚ ਕਾਮੇਡੀ ਬੜੀ ਅੱਛੀ ਹੁੰਦੀ। ਇੱਕ ਉਹ ਦੱਸਦੇ ਨੇ ਕਿ ਪੰਜਾਬੀ ਜ਼ਬਾਨ ਆ, ਇੱਕ ਉਹ ਆਪਣੇ ਜਿਹੜੇ ਹਬਸ਼ੀ ਨੇ ਉਹ ਬੜੀ ਅੱਛੀ ਕਾਮੇਡੀ ਕਹਿੰਦੇ ਕਰਦੇ ਨੇ, ਇੱਕ ਉਹਨਾਂ ਨੇ ਹੋਰ ਦੱਸਿਆ ਸੀ, ਉਹ ਮੇਰੇ ਜ਼ਿਹਨ 'ਚ ਨਹੀਂ ਹੈਗਾ, ਕਹਿੰਦੇ 3-4 ਜ਼ਬਾਨਾਂ ਜਿਹਦੀ ਪੰਚ ਲਾਈਨ ਬੜੀ ਖੂਬਸੂਰਤ ਹੁੰਦੀ ਹੈ। ਅੱਛਾ, ਮੇਰਾ ਕੁਐਸਚਨ ਇਹਦੇ ਤੇ ਹੀ ਇੱਕ ਹੋਰ ਰਿਲੇਟ ਕਰਦੇ ਹਾਂ ਕਿ ਤੁਹਾਨੂੰ ਇੱਜ਼ਤ ਜਿਹੜੀ ਹੈ, ਮਾਨਤਾ, ਉਹ ਲਹਿੰਦੇ ਪੰਜਾਬ ਦੇ ਲੋਕਾਂ ਨੇ ਜ਼ਿਆਦਾ ਦਿੱਤੀ ਜਾਂ ਚੜ੍ਹਦੇ ਪੰਜਾਬ ਦੇ ਲੋਕਾਂ ਨੇ? ਸਹੀ ਸੀ ਦੱਸਣਾ, ਇਸ ਕੋਈ ਡੰਡੀ ਨਹੀਂ ਵੱਜੇਗੀ। ਨਹੀਂ, ਅਸੀਂ ਪਤਾ ਕੀ, ਦੇਖੋ ਹਰ ਬੰਦਾ ਆਪਣੀ ਜਗ੍ਹਾ ਤੋਂ ਹੀ ਉੱਠਦਾ ਤੇ ਕੰਮ ਕਰਨਾ ਸ਼ੁਰੂ ਕਰਦਾ, ਫਿਰ ਲੋਕ ਉਹਨੂੰ ਪਛਾਣਨ ਲੱਗ ਪੈਂਦੇ, ਉਹਦਾ ਮੁਹੱਬਤ ਕਰਨਾ ਸ਼ੁਰੂ ਕਰ ਦਿੰਦੇ। ਜੀ ਜੀ। ਤੇ ਸਭ ਤੋਂ ਪਹਿਲੇ ਤੇ ਜ਼ਾਹਿਰ ਹੈ ਆਪਣੀ ਜਿਹੜੀ ਧਰਤੀ ਦੇ ਲੋਕ ਨੇ
ਉਹ ਥੋੜੇ ਥੋੜੇ ਵੀ ਆ ਸਾਡੇ ਮੁਲਕ ਦਾ ਫਨਕਾਰ ਆ ਜੀ, ਆ ਸਾਡੇ ਮਹੱਲੇ ਦਾ, ਆ ਸਾਡੀ ਗਲੀ ਦਾ ਫਨਕਾਰ ਆ, ਇਤਮਾਦ ਦਿੱਤਾ। ਇਤਮਾਦ ਚ ਲੈਂਦੇ ਨੇ। ਫਿਰ ਇਸ ਤਰ੍ਹਾਂ ਹੀ ਉਹ ਜਿਹੜੇ ਲੋਕ ਪਿਆਰ ਕਰਦੇ ਨੇ, ਇਹਨਾਂ ਨੂੰ ਤੇ ਅਸੀਂ ਜਾਣਦੇ ਹੀ ਆ, ਇਹ ਸਾਨੂੰ ਜਾਣਦੇ ਆ, ਲੇਕਿਨ ਉਹ ਜ਼ਰਾ ਦੂਰ ਬੈਠੇ ਹੁੰਦੇ ਆ। ਉਹ ਜਦੋਂ ਫਿਰ ਸਾਡਾ ਫਨ ਉਹਨਾਂ ਤੱਕ ਪਹੁੰਚਦਾ ਹੈ, ਉਹ ਇਹਨਾਂ ਤੋਂ ਜ਼ਿਆਦਾ ਮਾਣ ਦਿੰਦੇ ਨੇ। ਅੱਛਾ ਸਲੀਮ ਅਲਵੇਲਾ ਜੀ, ਤੁਸੀਂ ਪੰਜਾਬੀ ਜ਼ੁਬਾਨ ਦੇ ਬਹੁਤ ਵੱਡੇ ਪ੍ਰਮੋਟਰ ਹੋ, ਸਾਨੂੰ ਖੁਸ਼ੀ ਵੀ ਹੁੰਦੀ ਹੈ। ਸਾਡੇ ਸਭ ਦੀ ਵੀ ਇੱਕ ਜਿਹੜੀ ਅਸੀਂ ਮੂਵਮੈਂਟ ਚਲਾਈ ਹੋਈ ਉਹ ਇਹ ਹੈ ਕਿ ਪੰਜਾਬੀ ਜ਼ੁਬਾਨ ਨੂੰ ਇੱਜ਼ਤ ਮਿਲੇ, ਤੇ ਪੰਜਾਬੀ ਦੇ ਵਿੱਚ ਜਿੱਥੇ ਦੁਨੀਆ ਭਰ ਦੇ ਵਿੱਚ ਬੈਠੇ ਹਨ, ਕਿਆ ਸਾਰੇ ਦੁਨੀਆ ਭਰ ਦੇ ਪੰਜਾਬੀ ਆਪਣੀ ਜ਼ੁਬਾਨ ਲਈ, ਆਪਣੇ ਕਲਚਰ ਲਈ ਕੋਈ ਡਾਇਸਪੋਰਾ, ਕੋਈ ਇੱਕ ਤੁਸੀਂ ਕਹਿ ਲਓ ਕਿ ਇਕੱਠ ਹੈ, ਕੋਈ ਇਕੱਠੇ ਹੋ ਸਕਦੇ ਆ? ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਹੈ, ਬੇਸ਼ੱਕ ਇਹ ਸਾਰਾ ਕੁਝ ਜੋ ਵੰਡਿਆ ਗਿਆ ਇਹ ਇੰਝ ਹੀ ਕਾਇਮ ਰਹੇ ਆਪਣੇ ਮੁਲਕਾਂ ਦੇ ਵਿੱਚ, ਲੇਕਿਨ ਆਪਣੇ ਨੇੜੇ ਆ ਜਾਣ, ਨੇੜਤਾ ਜਿਹੜੀ ਹੈ ਉਹ ਵੱਧ ਜਾਵੇ, ਉਹ ਤੁਹਾਡੇ ਜ਼ਿਹਨ ਦੇ ਵਿੱਚ ਕੀ ਕੋਈ ਆਈਡੀਆ? ਉਹ ਇਹੀ ਨੇ, ਜ਼ਰੀਏ ਨੇ ਜਿਹੜੇ ਅਸੀਂ ਗੱਲਬਾਤ ਕਰ ਰਹੇ ਹਾਂ, ਇਹ ਨਜ਼ਦੀਕ ਆਉਣ ਦਾ ਹੀ ਆ ਇੱਕ। ਜੀ ਜੀ। ਤੇ ਮੈਂ ਤੇ ਉਹ ਵੀ ਦੇਖੇ ਬੰਦੇ ਕਿ ਬਿਲਕੁਲ ਪੰਜਾਬੀ ਦਾ ਇੱਥੇ ਇਕੱਠ ਤੁਸੀਂ ਨਹੀਂ ਕਰਦੇ, ਜੀ ਜੀ। ਤੁਸੀਂ ਥੋੜਾ ਪ੍ਰਚਾਰ ਕਰ ਰਹੇ ਹੋ। ਆਪਣਾ ਬਾਬਾ ਨਜਮੀ ਸਾਹਿਬ ਦੇਖੋ, ਉਹਨਾਂ ਦਾ ਕਿੰਨਾ ਮਾਣ ਹੈ ਉੱਥੇ, ਕਿੰਨਾ ਪਿਆਰ ਉਹਨੂੰ ਦੇ ਰਹੇ ਨੇ, ਬਿਲਕੁਲ ਪੂਜਦੇ ਆ ਲੋਕ। ਸਕੂਲਾਂ ਦੇ ਉੱਤੇ ਮੈਂ ਦੇਖਿਆ ਕਿ ਉਹਨਾਂ ਦੀ ਤਸਵੀਰ ਬਣਾ ਕੇ ਤੇ ਉਹਨਾਂ ਦਾ ਸ਼ੇਰ ਲਿਖਿਆ ਹੈ। ਉਹ ਜਿਹੜੀ ਕਿਸਾਨ ਮੂਵਮੈਂਟ ਚੱਲ ਰਹੀ ਹੈ, ਉਹਨਾਂ ਦੇ ਪਲੇ ਕਾਰਡ ਜਿਹੜੇ ਹਨ ਉਹਦੇ ਵਿੱਚ ਨਾਰੇ ਹਨ ਉਹ ਬਾਬਾ ਨਜਮੀ ਦੀ ਪੋਇਟਰੀ ਦੇ ਵਿੱਚ। ਤੇ ਬਾਬਾ ਨਜਮੀ ਸਾਹਿਬ ਸਾਡੇ ਕੋਲ ਇੱਕ ਹੀਰਾ ਹੈ ਪੰਜਾਬੀ ਜ਼ੁਬਾਨ ਦਾ, ਕਿਉਂਕਿ ਸ਼ਾਇਰ ਦੇ ਆਪਣੀ ਪੰਜਾਬੀ ਦੇ ਵਿੱਚ ਜੋ ਮਰਜ਼ੀ ਕਹਿ ਸਕਦਾ, ਉਹਦੇ 'ਚ ਪਿਆਰ ਵੀ ਵਧਾ ਸਕਦਾ, ਗਿਲਾ ਸ਼ਿਕਵਾ ਵੀ ਕਰ ਸਕਦਾ ਹੈ, ਮੈਸੇਜ ਦੇ ਸਕਦਾ ਬੜਾ ਵੱਡਾ, ਤੇ ਉਹ ਬਾਬਾ ਨਜਮੀ ਸਾਹਿਬ ਦੇ ਰਹੇ ਨੇ। ਬਿਲਕੁਲ। ਅੱਛਾ ਅਲਵੇਲਾ ਜੀ, ਕੋਈ ਕਰੀਬ ਹੁੰਦੇ ਆ, ਅਸੀਂ ਲਾਸਟ ਕੁਐਸਚਨ ਦੇ ਕਰੀਬ ਹੁੰਦੇ ਆ। ਕਾਫੀ ਤੁਸੀਂ ਵੀ ਤਬੀਅਤ ਤੁਹਾਡੀ ਕੋਈ ਠੀਕ ਸਾਨੂੰ ਨਹੀਂ ਲੱਗ ਰਹੀ। ਅੱਜ ਕੱਲ ਨਾ ਜ਼ਰਾ ਉਹ ਵੈਕਸੀਨ ਵੀ ਮਲਵਾਈ ਦੋਵੇਂ, ਲੇਕਿਨ ਉਹ ਮੌਸਮ ਚੇਂਜ ਹੋ ਰਿਹਾ ਨਾ ਹੁਣ, ਕਦੀ ਧੁੱਪ ਨਿਕਲ ਆਉਂਦੀ, ਕਦੀ ਬਾਰਿਸ਼ ਹੋ ਜਾਂਦੀ। ਹਾਂ ਬਿਲਕੁਲ ਇਸੇ ਤਰ੍ਹਾਂ। ਅੱਛਾ ਇੱਥੇ ਸਾਡੇ ਪੰਜਾਬੀ ਨਹੀਂ ਪੜ੍ਹਾਈ ਜਾ ਰਹੀ, ਕੀ ਕਹਿੰਦੇ ਹੋ ਗਵਰਨਮੈਂਟ ਨੂੰ ਕਿ ਪੰਜਾਬੀ ਦੇ ਬਾਰੇ ਦੁਨੀਆ ਦੀ ਹਰ ਜ਼ਬਾਨ ਪੜ੍ਹਾਈ ਜਾ ਰਹੀ ਹੈ? ਯੂਨੈਸਕੋ ਤੱਕ ਇਹ ਤਲਕੀਨ ਕਰਦਾ ਹੈ ਕਿ ਜਿਹੜੀ ਬੱਚੇ ਦੀ ਮਦਰ ਲੈਂਗੁਏਜ ਹੈ ਉਹਦੇ ਵਿੱਚ ਉਸ ਨੂੰ ਤਾਲੀਮ ਦਿੱਤੀ ਜਾਵੇ, ਲੇਕਿਨ ਇਸੇ ਸਾਨੂੰ ਬੇਸਿਕ ਐਜੂਕੇਸ਼ਨ ਦੀ ਪੰਜਾਬੀ ਨਜ਼ਰ ਨਹੀਂ ਆਉਂਦੀ। ਸਰਕਾਰ ਨੂੰ ਕੀ ਕਹਿੰਦੇ ਹੋ ਤੇ ਫਿਰ ਲੋਕਾਂ ਨੂੰ ਕੀ ਕਹਿੰਦੇ ਹੋ, ਪੰਜਾਬ ਦੇ ਲੋਕਾਂ ਨੂੰ? ਮੈਂ ਤਾਂ ਸਰਕਾਰ ਨੂੰ ਇਹ ਕਹਿੰਦਾ ਕਿ ਜ਼ਰੂਰੀ ਹੈ ਪੰਜਾਬੀ, ਪੰਜਾਬ 'ਚ ਖਾਸ ਕਰ। ਅਸੀਂ ਇਹ ਨਹੀਂ ਕਹਿੰਦੇ ਵੀ ਸਾਰੀ ਜਗ੍ਹਾ ਤੇ, ਜਿਹੜੇ ਪੰਜਾਬ 'ਚ ਵਸਣ ਵਾਲੇ ਲੋਕ ਨੇ, ਪੰਜਾਬ ਦੇ ਬੱਚੇ ਨੇ, ਜਿਹੜੇ ਪੰਜਾਬ ਦੇ ਸ਼ੇਰ ਜਵਾਨ ਜਿਨ੍ਹਾਂ ਨੇ ਗੱਲ, ਉਹਨਾਂ ਨੂੰ ਪੰਜਾਬੀ ਪੜ੍ਹਾਉਣੀ ਚਾਹੀਦੀ ਆ। ਉਹ ਕੋਈ ਨਾ ਕੋਈ ਸਿਲੇਬਸ ਉਹਨਾਂ ਦਾ ਵਿੱਚ ਨਾ ਕੋਈ ਮਤਲਬ ਰੱਖਣੇ ਚਾਹੀਦੇ ਆ ਕਿਤਾਬਾਂ ਦੇ ਵਿੱਚ ਕਿ ਪੰਜਾਬੀ ਜ਼ੁਬਾਨ ਆ, ਬੋਲਣੀ ਚਾਹੀਦੀ ਆ। ਅੱਗੇ ਇੰਗਲਿਸ਼ ਵੀ ਪੜ੍ਹਨ, ਉਰਦੂ ਪੜ੍ਹਨ, ਸਾਰੀਆਂ ਜ਼ੁਬਾਨਾਂ ਪੜ੍ਹਨ, ਲੇਕਿਨ ਜਿਹੜੇ ਉਹ ਸਿੰਧੀ ਨੇ ਉਹ ਸਿੰਧੀ ਪੜ੍ਹਦੇ ਹੀ ਆ। ਬਿਲਕੁਲ ਸਾਰਾ ਕੁਝ ਸਿੰਧੀ। ਪਠਾਨ ਪਸ਼ਤੋ ਪੜ੍ਹਦੇ ਆਪਣੀ, ਇਸ ਤਰ੍ਹਾਂ ਚੜ੍ਹਦੇ ਪੰਜਾਬ ਵਾਲਿਆਂ ਦੀ ਮੈਂ ਇਹੀ ਤੇ ਗੱਲ ਕਰਦਾ, ਉਹ ਪੰਜਾਬੀ ਪੜ੍ਹਦੇ ਉੱਥੇ ਸਕੂਲਾਂ 'ਚ। ਜੀ ਬਿਲਕੁਲ। ਇੱਥੇ ਸਾਨੂੰ ਲੱਗਦਾ ਪੰਜਾਬੀ ਜਿਹੜਾ ਬੋਲਦਾ ਉਹ ਕਹਿੰਦੇ ਜਾਹਿਲ ਆ, ਯਾਰ ਇਹ ਪੰਜਾਬੀ ਬੋਲੀ ਜਾਂਦਾ, ਜਾਹਿਲ ਲੱਗਦਾ। ਇਹ ਜਾਹਿਲ ਬੰਦਾ ਪੰਜਾਬੀ ਬੋਲਣਾ ਥੋੜਾ, ਆਪਣੀ ਮਾਂ ਬੋਲੀ ਨੂੰ ਬੋਲਣਾ ਜਾਹਿਲ ਹੋ ਜਾਂਦਾ ਬੰਦਾ ਕਿਸੇ ਵੀ ਲੈਂਗੁਏਜ ਨਾਲ ਬੋਲਣ ਦਾ। ਸਾਡੇ ਬੱਚੇ ਘਰ ਬੋਲਦੇ ਸੀ, ਆਪ ਬੇਟਾ ਉਰਦੂ ਬੋਲੋ, ਪੰਜਾਬੀ ਨਹੀਂ ਬੋਲਤੇ। ਇਹ ਕੀ ਮਤਲਬ ਕਿ ਇਹ ਐਮਜ ਨਹੀਂ ਜਾਣਾ ਚਾਹੀਦਾ ਬਾਹਰ ਦੇ ਲੋਕਾਂ ਵਾਸਤੇ ਕਿ ਸਾਡੀ ਜਿਹੜੀ ਆਪਣੀ ਜ਼ੁਬਾਨ ਆ ਨਾ, ਉਹਨੂੰ ਪਹਿਲੇ ਬੋਲਣਾ ਚਾਹੀਦਾ। ਅਸੀਂ ਘਰਾਂ 'ਚ ਇਹੀ ਜ਼ੁਬਾਨ ਬੱਚਿਆਂ ਨਾਲ ਬੋਲਿਆ ਕਰੀ, ਭਾਵੇਂ ਕੋਈ ਬੈਂਕਾਂ 'ਚ ਲੱਗਾ ਹੈ, ਜਿੱਥੇ ਵੀ ਲੱਗਾ ਹੈ। ਆਪ ਬਾਹਰ ਤੁਸੀਂ ਯੋਗਤਾ ਪੰਜਾਬੀ 'ਚ ਕਰਨ ਦੇ ਹੁੰਦੇ, ਪੰਜਾਬੀ 'ਚ ਗਾਲਾਂ ਵੀ ਕੱਢਣ ਦੇ ਹੁੰਦੇ, ਇੱਕ ਦੂਸਰੇ ਨਹੀਂ ਕੱਢਦੇ। ਬਿਲਕੁਲ ਇਸੇ ਤਰ੍ਹਾਂ ਹੈ। ਤੇ ਜਦੋਂ ਮਤਲਬ ਇੱਧਰ ਆਉਂਦਾ ਬੰਦਾ ਤੇ ਉਦੋਂ ਕਹਿੰਦੇ ਨਹੀਂ, ਸ਼ਾਇਸਤਾ ਲੈਂਗੁਏਜ ਵਰਤਣ ਦਾ ਜਦੋਂ ਟਾਈਮ ਆਉਂਦਾ ਉਦੋਂ ਤੁਸੀਂ ਕੋਈ ਹੋਰ ਕਿਸੇ ਟ੍ਰਾਂਸਫਰ। ਪੰਜਾਬੀ ਬੜੀ ਅੱਛੀ ਜ਼ੁਬਾਨ ਹੈ, ਔਰ ਇਹ ਏਡੀ ਅੱਛੀ ਜ਼ੁਬਾਨ ਹੈ ਕਿ ਉਰਦੂ ਤੋਂ ਪਹਿਲੇ ਦੀ ਜ਼ੁਬਾਨ ਹੈ ਜੀ। ਮੈਨੂੰ ਤਾਂ ਪਤਾ ਲੱਗਾ ਕਿ ਬੜੀ ਪੁਰਾਣੀ ਜ਼ੁਬਾਨ ਹੈ ਪੰਜਾਬੀ। ਉਰਦੂ ਦੀ ਤਾਂ ਪੂਰੀ ਲਾਈਫ ਜਿਹੜੀ ਹੈ ਉਹ ਬੜੀ ਘੱਟ ਹੈ, ਉਹ ਕੋਈ 200 ਸਾਲ ਦੀ ਉਹਦੀ ਹਿਸਟਰੀ ਬਣਦੀ। ਉਹ ਤੇ ਇਧਰੋਂ ਉਧਰੋਂ ਲਫ਼ਜ਼ ਫੜ ਕੇ ਉਰਦੂ ਬੜੀ ਹੈ ਨਾ ਜੀ। ਲੇਕਿਨ ਸਾਨੂੰ ਉਰਦੂ ਨਾਲ ਕੋਈ ਉਹ ਜ਼ਿੱਦ ਨਹੀਂ, ਅਸੀਂ ਪੰਜਾਬੀ ਦੀ ਬਣਾਉਣ। ਉਰਦੂ ਵੀ ਅੱਛੀ ਜ਼ੁਬਾਨ ਹੈ, ਅਸੀਂ ਇਹ ਨਹੀਂ ਕਹਿੰਦੇ ਰਾਬਤੇ ਦੀ ਜ਼ੁਬਾਨ ਰਵੇ ਸਾਰੀਆਂ ਕੌਮਾਂ ਦੇ ਦਰਮਿਆਨ, ਲੇਕਿਨ ਆਪਣੇ ਆਪਣੇ ਸੂਬੇ ਦੇ ਵਿੱਚ ਆਪਣੀ ਜ਼ੁਬਾਨ ਜਿਹੜੀ ਹੈ ਉਸ ਨੂੰ ਮਾਨਤਾ ਮਿਲਣੀ ਚਾਹੀਦੀ। ਪਸ਼ਤੋ ਨੂੰ ਹੱਕ ਆ ਉਹ ਪਸ਼ਤੋ ਬੋਲੇ, ਸਿੰਧੀ ਨੂੰ ਹੱਕ ਹੈ ਉਹ ਸਿੰਧੀ ਬੋਲੇ, ਬਲੋਚੀ ਨੂੰ ਵੀ ਹੱਕ ਆ ਬਲੋਚੀ ਬੋਲੇ, ਉਹ ਖੂਬਸੂਰਤ ਲੱਗਦੇ ਆ। ਇਸ ਤਰ੍ਹਾਂ ਹੀ ਪੰਜਾਬੀ ਨੂੰ ਵੀ ਹੱਕ ਆ ਉਹ ਪੰਜਾਬੀ ਬੋਲੇ ਔਰ ਉਹਨੂੰ ਪੰਜਾਬੀ ਪੜ੍ਹਾਈ ਜਾਵੇ। ਅਲਵੇਲਾ ਜੀ, ਤੁਸੀਂ ਉਹ ਕਹਿੰਦੇ ਨਾ ਕਿ ਛੁਪੇ ਰੁਸਤਮ ਹੁੰਦੇ ਹੋ ਤੁਸੀਂ। ਅਗਰ ਜਿਹੜਾ ਵੀ ਅਸੀਂ ਫਲਸਫੇ ਦੀ ਗੱਲ ਕਰੀਏ, ਜਿਹੜੀ ਵੀ ਜ਼ੁਬਾਨ ਦੀ ਗੱਲ ਕਰੀਏ ਜਾਂ ਕਲਚਰ ਦੀ ਗੱਲ ਕਰੀਏ, ਤੇ ਤੁਸੀਂ ਉਹਦੇ ਤੇ ਬੜੇ ਸੋਹਣੇ ਢੰਗ ਨਾਲ, ਸੁਚੱਜੇ ਢੰਗ ਨਾਲ ਉਹਦੇ ਤੇ ਚਾਨਣ ਪਾ ਰਹੇ ਹੋ। ਇੱਕ ਜਿਹੜਾ ਵੇਲਾ ਜਿਹੜਾ ਹੈ ਨਾ, ਮੈਂ ਜਿਸ ਤਰ੍ਹਾਂ ਪਹਿਲੇ ਕਿਹਾ ਕਿ ਇਹ ਰੁਕਦਾ ਨਹੀਂ, ਇਹ ਨਵੇਂ-ਨਵੇਂ ਤਜਰਬੇ ਤੁਹਾਨੂੰ ਦਿੰਦਾ ਹੈ, ਨਵੀਆਂ-ਨਵੀਆਂ ਦੁਨੀਆਵਾਂ ਵੀ ਖਾਂਦਾ ਹੈ। ਪਹਿਲੇ ਹੁੰਦਾ ਸੀ ਦੁਨੀਆ ਦੇ ਵਿੱਚ ਜਿਹੜੀ ਚੀਜ਼ ਮਤਲਬ ਦੌਰ ਦੇ ਹਿਸਾਬ ਨਾਲ ਆ ਰਹੀ ਹੈ ਨਾ, ਉਹਨੂੰ ਬਿਲਕੁਲ ਆਪਣੇ 'ਚ ਐਡਜਸਟ ਕਰਨਾ ਚਾਹੀਦਾ।
ਅਗਰ ਨਹੀਂ ਕਰਦੇ ਤੇ ਫਿਰ ਅਸੀਂ ਅੱਗੇ ਨਹੀਂ ਜਾ ਸਕਦੇ, ਅਸੀਂ ਅੱਗੇ ਨਹੀਂ, ਅਸੀਂ ਪਿੱਛੇ ਰਹਿ ਅਸੀਂ ਪਿੱਛੇ ਰਹਿ ਜਾਵਾਂਗੇ ਬਹੁਤ ਜ਼ਿਆਦਾ। ਅੱਛਾ, ਜਿਹੜਾ ਅਮਰਿੰਦਰ ਗਿੱਲ ਨੇ ਇੱਕ ਤਜਰਬਾ ਕੀਤਾ ਹਾਂਜੀ ਹਾਂਜੀ ਕਿ ਪਾਕਿਸਤਾਨੀ ਪੰਜਾਬ ਤੋਂ ਵੀ ਉਹਨੇ ਫਨਕਾਰ ਲਏ, ਚੜ੍ਹਦੇ ਤੋਂ ਵੀ ਫਨਕਾਰ ਲਏ। ਇਹ ਬਿਲਕੁਲ ਇੱਕ ਤੇ ਅਸੀਂ ਮੈਸੇਜ ਦੇਣਾ ਚਾਹਾਂਗੇ ਤੁਹਾਡੇ ਥਰੂ ਕਿ ਇਸ ਨੂੰ ਅੱਗੇ ਵਧਾਉਣਾ ਚਾਹੀਦਾ ਹੈ, ਇਸ ਨੂੰ ਇੱਥੇ ਰੋਕਾ ਨਹੀਂ ਜਾਣਾ ਚਾਹੀਦਾ। ਲੇਕਿਨ ਇਹਦੇ ਨਾਲ ਨਾਲ ਜਿਹੜੇ ਪਾਕਿਸਤਾਨੀ ਪੰਜਾਬ ਦੇ ਅੰਦਰ ਕੁਝ ਲੋਕ ਬੈਠੇ ਨੇ ਜਿਹੜੇ ਫਿਲਮ ਤੇ ਕੰਮ ਕਰ ਰਹੇ ਸੀ, ਕਿਆ ਤੁਸੀਂ ਉਹਨਾਂ ਨੂੰ ਵੀ ਕੁਝ ਕਹਿੰਦੇ ਹੋ ਕਿ ਇਸ ਤਰ੍ਹਾਂ ਦਾ ਐਕਸਪੀਰੀਅੰਸ ਹੋਣਾ ਚਾਹੀਦਾ? ਔਰ ਇਹਦੇ ਨਾਲ ਨਾਲ ਜਿਹੜੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਉੱਥੇ ਜਿਹੜੇ ਪੰਜਾਬੀ ਬੈਠੇ ਹਨ, ਉਹ ਵੀ ਤੇ ਇਸ ਤਰ੍ਹਾਂ ਦੀ ਕੋਈ ਪ੍ਰੋਡਕਸ਼ਨ ਸੈਂਟਰ ਬਣਾ ਕੇ ਤੇ ਇਹਦੇ ਤੇ ਮੂਵੀਜ਼ ਤੇ ਕੰਮ ਕਰ ਸਕਦੇ? ਨਹੀਂ, ਬਿਲਕੁਲ ਰਮਿੰਦਰ ਭਾਜੀ ਨੂੰ ਤੇ ਮੈਂ ਬਹੁਤ ਬਹੁਤ ਵਧਾਈਆਂ ਦੇਵਾਂਗਾ ਕਿ ਉਹਨਾਂ ਨੇ ਬੜਾ ਅੱਛਾ ਕਦਮ ਚੁੱਕਿਆ। ਔਰ ਉਹਨਾਂ ਦੇ ਨਾਲ ਨੇ ਕਾਰਜ ਭਾਜੀ, ਇਹ ਦੋਵੇਂ ਦੋਸਤ ਸਨ ਬਹੁਤ ਪੁਰਾਣੇ ਜੀ ਜੀ, ਹਾਂ, ਤੇ ਫਿਰ ਇਕੱਠੇ ਹੋਏ ਤੇ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਤੇ ਇਹ ਬਹੁਤ ਵਧੀਆ ਕੰਮ ਆ। ਇੱਕ ਤੇ ਸਾਡਾ ਮਤਲਬ ਪਿਆਰ ਮੁਹੱਬਤ ਵੀ ਵਧਿਆ, ਜੀ ਜੀ, ਬਿਜ਼ਨਸ ਵੀ, ਰੋਟੀ ਵੀ, ਔਰ ਜੋ ਸੋਚ ਨਹੀਂ ਸਕਦੇ ਸੀ ਉਹ ਫਿਲਮ ਰਾਹੀਂ ਉਹਨਾਂ ਨੇ ਕਰਕੇ ਦਿਖਾਇਆ। ਔਰ ਉਹਨਾਂ ਨੇ ਦੇਖੋ ਨਾ ਮਤਲਬ ਕਿ ਪੰਜਾਬ ਦੇ ਕਲਚਰ ਨੂੰ ਕਿੱਥੇ ਜਾ ਕੇ ਉਹਨਾਂ ਨੇ ਉਜਾਗਰ ਕੀਤਾ। ਬਿਲਕੁਲ ਯੂਕੇ ਦੇ ਵਿੱਚ ਜ਼ਾਹਰ ਹੈ ਉੱਥੇ ਬੰਦਾ ਕਿਸ ਤਰ੍ਹਾਂ ਜਾਂਦਾ, ਕਿਸ ਤਰ੍ਹਾਂ ਰਹਿੰਦਾ, ਦੋਸਤ ਮਿਲ ਜਾਂਦੇ ਨੇ। ਉੱਥੇ ਤੇ ਸਾਰੇ ਇੰਝ ਹੀ ਰਹਿੰਦੇ, ਉੱਥੇ ਤੇ ਨਹੀਂ ਕੋਈ ਵੀ ਲੜਾਈ ਹੈਗੀ, ਕਿਸੇ ਦੀ ਵੀ ਕਿਸੇ ਨਾਲ ਕੋਈ ਲੜਾਈ ਨਹੀਂ। ਉੱਥੇ ਹਿੰਦੂ ਵੀ ਰਹਿ ਰਹੇ, ਮੁਸਲਮਾਨ ਵੀ ਰਹਿ ਰਹੇ, ਇੱਕੋ ਫਲੈਟ 'ਚ ਸਰਦਾਰ ਵੀ ਰਹਿ ਰਹੇ, ਕ੍ਰਿਸਚੀਅਨ ਵੀ ਰਹਿ ਰਹੇ, ਸਾਰੇ ਇੰਝ ਹੀ ਰਹਿੰਦੇ ਉੱਥੇ, ਕੋਈ ਮਜ਼ਹਬ ਦੀ ਕੋਈ ਲੜਾਈ ਨਹੀਂ। ਮਲਟੀ ਰਿਲੀਜੀਅਸ ਸੋਸਾਇਟੀਜ਼ ਹਨ ਤੇ ਉਹਨਾਂ ਦਾ ਬੜਾ ਅੱਛਾ ਹੈ, ਉਹਨਾਂ ਨੇ ਕਦਮ ਚੁੱਕਿਆ। ਉਹ ਪਾਕਿਸਤਾਨ 'ਚ ਰਹਿਣ ਵਾਲੇ ਜਿਹੜੇ ਫਿਲਮਾਂ ਬਣਾਉਂਦੇ ਨੇ ਲੋਕ, ਉਹਨਾਂ ਨੂੰ ਵੀ ਇਸੇ ਲੈਵਲ ਤੇ ਕੰਮ ਕਰਨਾ ਚਾਹੀਦਾ। ਇੱਥੇ ਨਹੀਂ ਉਹ ਆਉਂਦੇ, ਤੁਸੀਂ ਉੱਥੇ ਚਲੇ ਜਾਓ, ਐਸਾ ਸਬਜੈਕਟ ਤਿਆਰ ਕਰੋ। ਤੁਸੀਂ ਕੈਨੇਡਾ ਚਲੇ ਜਾਓ, ਅਮਰੀਕਾ ਚਲੇ ਜਾਓ, ਹੋਰ ਥੋੜੇ ਮੁਲਕ ਨੇ, ਕਿੰਨਾ ਪਾਕਿਸਤਾਨੀ ਉੱਥੇ ਗਿਆ ਵਾ। ਕੋਈ ਨਾ ਕੋਈ ਲਾਈਨ ਫੜੋ, ਉਹ ਤੁਸੀਂ ਕਰੋ ਕੰਮ, ਤੇ ਉਹਨਾਂ ਦੇ ਵੀ ਐਕਟਰ ਲਵੋ, ਇੱਥੇ ਵੀ ਬਿਜ਼ਨਸ ਹੋਏਗਾ। ਲੇਕਿਨ ਇੱਥੇ ਪਾਕਿਸਤਾਨ 'ਚ ਫਿਲਮ ਲਾਉਣਗੇ ਨਾ ਤੇ ਪੈਸੇ ਨਹੀਂ ਪੂਰੇ ਹੋਣੇ, ਕਿਉਂਕਿ ਪੈਸੇ ਬਹੁਤ ਲੱਗਦੇ। ਇੱਥੇ ਤੇ ਸਕਰੀਨ ਜਿਸ ਤਰ੍ਹਾਂ ਉਹਨਾਂ ਨੇ ਭਾਜੀ ਉਹਨਾਂ ਨੇ ਫਿਲਮ ਲਾਈ ਹੈ ਨਾ ਪੂਰੀ ਦੁਨੀਆ ਦੇ ਵਿੱਚ, ਇਸ ਤਰ੍ਹਾਂ ਹੀ ਪਾਕਿਸਤਾਨੀ ਫਿਲਮ ਪੂਰੀ ਦੁਨੀਆ 'ਚ ਲੱਗਣੀ ਚਾਹੀਦੀ। ਅੱਛਾ, ਇਹ ਤੇ ਹੋ ਗਿਆ ਪਾਕਿਸਤਾਨੀ ਔਰ ਇੰਡੀਅਨਸ ਦੀ। ਦੇਖੋ, ਸਾਡਾ ਇੱਕ ਤੀਜਾ ਪੰਜਾਬ ਕੈਨੇਡਾ ਦੇ ਵਿੱਚ ਹੈ, ਬਿਲਕੁਲ, ਚੌਥਾ ਪੰਜਾਬ ਅਮਰੀਕਾ ਬਣਾ ਬੈਠਾ, ਪੰਜਵਾਂ ਪੰਜਾਬ ਆਸਟ੍ਰੇਲੀਆ ਹੈ, ਛੇਵਾਂ ਨਿਊਜ਼ੀਲੈਂਡ ਹੈ, ਇਹਨਾਂ ਤੋਂ ਪਹਿਲੇ ਯੂਕੇ ਆ ਜਾਂਦਾ ਵਾ। ਜੀ ਜੀ, ਮਤਲਬ ਪੰਜਾਬੀ ਡਾਇਸਪੋਰਾ ਬੜਾ ਰਿਚ ਡਾਇਸਪੋਰਾ ਪੂਰੀ ਦੁਨੀਆ ਦੇ ਵਿੱਚ ਫੈਲ ਚੁੱਕਾ ਹੈ। ਬੇਸ਼ੱਕ ਬੇਸ਼ੱਕ। ਉੱਥੇ ਬੈਠੇ ਜਿਹੜੇ ਪੰਜਾਬੀ ਹੈ, ਉਹਨਾਂ ਨੂੰ ਪੰਜਾਬੀ ਜ਼ਬਾਨ, ਪੰਜਾਬੀ ਫਿਲਮ, ਇਸ ਦੇ ਵਧਾਅ ਵਾਸਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਕੁਝ ਉਹ ਵੀ ਕੋਈ ਹਿੰਮਤ ਕਰਨ, ਕਿਉਂਕਿ ਆਵਾਜ਼ ਤੇ ਆਪਣੀ ਹਰ ਜਗ੍ਹਾ ਤੇ ਪਹੁੰਚਣੀ? ਹਾਂ, ਰੱਬ ਨੇ ਉਹਨਾਂ ਨੂੰ ਬੜਾ ਦਿੱਤਾ ਜੀ, ਤੇ ਉਹਨਾਂ ਨੂੰ ਚਾਹੀਦਾ ਕੋ ਪ੍ਰੋਡਕਸ਼ਨ 'ਚ ਹਿੱਸਾ ਲੈਣ, ਉਹਨਾਂ ਦੀ ਹੌਸਲਾ ਵਧਾਈ ਕਰਨ ਵੀ ਅਸੀਂ ਆਉਂਦੇ ਹਾਂ, ਤੁਹਾਡੇ ਨਾਲ ਸ਼ੇਅਰ ਕਰਨੇ ਆ, ਤੇ ਤੁਸੀਂ ਬਣਾਓ, ਸ਼ੁਰੂ ਕਰੋ ਕੰਮ, ਅਸੀਂ ਤੁਹਾਡੇ ਨਾਲ ਆ। ਬਹੁਤ ਸ਼ੁਕਰੀਆ ਜੀ। ਤੇ ਕੀ ਲਾਸਟ ਤੇ ਸਾਡੇ ਸੁਣਨ ਵਾਲਿਆਂ ਨੂੰ ਕੋਈ ਖਾਸ ਮੈਸੇਜ ਕੀ ਦੇਣਾ ਚਾਹੁੰਦੇ ਹੋ? ਮੈਸੇਜ ਮੈਂ ਤੁਹਾਡੇ ਚੈਨਲ ਵੱਲੋਂ ਹੀ ਦੇਵਾਂਗਾ ਕਿ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਦੇਖੋ। ਚੈਨਲ ਦਾ ਆਪਣਾ ਕੀ ਨਾਂ ਜੀ? ਪੰਜਾਬੀ ਪ੍ਰਚਾਰ ਟੀਵੀ। ਲਓ, ਇਹ ਤੇ ਹੋਰ ਵੱਡੀ ਗੱਲ ਹੈ ਜੀ। ਪੰਜਾਬੀ ਪ੍ਰਚਾਰ ਜਿਹੜਾ ਚੈਨਲ ਆ ਜੀ, ਤੁਸੀਂ ਇਹਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ। ਇਹਦੇ ਨਾਲ ਸਾਡੇ ਪਿਆਰ ਮੁਹੱਬਤਾਂ ਹੋਰ ਵਧਣਗੀਆਂ। ਔਰ ਇਸ ਤਰ੍ਹਾਂ ਹੀ ਬੜੇ ਬੜੇ ਕਲਾਕਾਰਾਂ ਨਾਲ ਤੁਹਾਡੀ ਭਾਜੀ ਮੁਲਾਕਾਤ ਕਰਾਉਣਗੇ, ਗਿੱਲ ਸਾਹਿਬ, ਤੇ ਅਸੀਂ ਤੇ ਇਹਨਾਂ ਦੇ ਨੌਕਰ ਆ, ਇੱਥੇ ਆਉਂਦੇ ਜਾਂਦੇ ਰਹਿੰਦੇ ਆ ਤੇ ਪੰਜਾਬੀ ਤੇ ਗੱਲ ਕਰਦੇ ਹੀ ਰਹਿੰਦੇ ਆ। ਮੁਹੱਬਤ ਤੁਹਾਡੀ ਜੀ, ਤੁਸੀਂ ਤਸ਼ਰੀਫ ਲਿਆ, ਤੁਸੀਂ ਗੱਲਬਾਤ ਕੀਤੀ, ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਜੀ।